ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਸੈਟਰਡੇ ਦਾ ਖਾਸ ਪ੍ਰੋਗਰਾਮ ਰਣਜੀਤ ਸਿੰਘ ਕੁੱਕੀ ਗਿੱਲ ਜੀ ਨਾਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੈ। ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਮੀਡੀਆ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਸੰਗੀ ਕੁੱਟੀ ਜਾ ਰਹੀ ਹੈ, ਆਪਣੇ ਫੈਕਟ ਚੈਕਰ ਲਾਏ ਜਾ ਰਹੇ ਨੇ ਜਿਹੜੇ ਜ਼ਾਹਿਰ ਜੀ ਗੱਲ ਹੈ ਸਰਕਾਰ ਦੇ ਕੰਟਰੋਲ ਦੇ ਵਿੱਚ ਹੀ ਹੋਣਗੇ। ਇਹਦਾ ਕੀ ਇੰਪੈਕਟ ਪੈ ਸਕਦਾ। ਨਾਲ ਗੱਲ ਕਰਾਂਗੇ ਪੰਜਾਬ ਦੇ ਨਾਲ ਜੁੜੀ ਹੋਈ ਕਿ ਜੋ ਨਸ਼ਿਆਂ ਦੀਆਂ ਰਿਪੋਰਟਾਂ ਦਾ ਮਸਲਾ ਇੱਕ ਬਹੁਤ ਵੱਡਾ ਪੋਲੀਟੀਕਲ ਮੈਟਰ ਸੀ, ਉਹ ਰਿਪੋਰਟਾਂ ਹੁਣ ਖੁੱਲ ਚੁੱਕੀਆਂ ਨੇ। ਅੱਗੇ ਕੀ ਇੰਟਰਨੈਸ਼ਨਲ ਪੱਧਰ ਤੇ ਵੀ ਕੁਝ ਮਸਲੇ ਨੇ ਐਂਡ ਪੰਜਾਬ ਨਾਲ ਜੁੜੇ ਹੋਏ ਵਿਸਾਖੀ ਜਿਹੜੀ ਆ, ਵਿਸਾਖੀ ਇੱਕ ਤਰ੍ਹਾਂ ਦੇ ਨਾਲ ਬੰਦੂਕਧਾਰੀ ਜਿਹੜੇ ਸਟੇਟ ਦੇ ਪੁਲਿਸ ਹੈ, ਫੋਰਸਿਸ ਹੈ, ਉਹਨਾਂ ਦੀ ਰਹਿਨੁਮਾਈ ਦੇ ਹੇਠ ਜਿਹੜੀ ਵਿਸਾਖੀ ਹੋਈ ਹੈ, ਜਾਂ ਦੇਸ਼ ਭਰ ਦੇ ਵਿੱਚ ਜੋ ਧਾਰਮਿਕ ਪ੍ਰੋਸੈਸ਼ਨਸ ਹੋ ਰਹੇ ਨੇ, ਧਾਰਮਿਕ ਕੀਰਤਨ ਨਗਰ ਕੀਰਤਨ ਨਿਕਲਦੇ ਨੇ, ਉਹਨਾਂ ਦੇ ਵਿੱਚ ਜਿਹੜਾ ਵਾਇਲੈਂਸ ਜਾਂ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ, ਇੱਕ ਡਰ ਪੈਦਾ ਕਰਨਾ, ਇਹ ਕੀ ਵਰਤਾਰੇ ਨੇ। ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਅੱਗੇ ਵਧਣ ਤੋਂ ਪਹਿਲਾਂ ਮੈਂ ਕੁੱਕੀ ਜੀ ਤੁਹਾਨੂੰ ਸ਼ਾਮਿਲ ਕਰਦੇ ਹੋਏ ਤੁਹਾਡਾ ਸਵਾਗਤ ਕਰਦੀ ਹਾਂ ਜੀ। ਥੈਂਕ ਯੂ ਮਨਵੀਰ, ਆਲਵੇਸ ਗੁੱਡ ਟੂ ਬੀ ਵਿਦ ਯੂ। ਸਭ ਤੋਂ ਪਹਿਲਾਂ ਪੰਜਾਬ ਤੋਂ ਹੀ ਸ਼ੁਰੂ ਕਰਾਂਗੇ ਜੀ। ਵਿਸਾਖੀ ਦਾ ਤਿਉਹਾਰ, ਪਵਿੱਤਰ ਤਿਉਹਾਰ, ਲੇਕਿਨ ਇਸ ਵਾਰੀ ਥੋੜੀ ਜੀ ਨਾਰਾਜ਼ਗੀ ਨਜ਼ਰ ਆਈ ਹੈ, ਲੋਕਾਂ ਦੀ ਵੀ ਔਰ ਸਾਡੇ ਧਾਰਮਿਕ ਜਥੇਬੰਦੀਆਂ ਦੀ ਵੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵੀ। ਉਹਨਾਂ ਨੇ ਕਿਹਾ ਕਿ ਇੱਕ ਡਰ ਦਾ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਹੈ ਤਾਇਨਾਤ ਸੀਗੀ। ਕੀ ਕਹਿਣਾ ਚਾਹੋਗੇ? ਜਿਹੜਾ ਨਾ ਵਿਸਾਖੀ ਦਾ ਜਿਹੜਾ ਇਸ ਵਾਰੀ ਦਿਹਾੜਾ ਲੰਘਿਆ ਹੈਗਾ, ਸਾਡੇ ਲਈ ਇੱਕ ਬੜਾ ਅਹਿਮ ਤਿਉਹਾਰ ਹੈਗਾ। ਇਹਨੂੰ ਸਮਾਜਿਕ ਪੱਧਰ ਤੇ ਵੀ ਹੈਗਾ, ਇਹ ਰਿਲੀਜੀਅਸ ਪੱਧਰ ਤੇ ਵੀ ਬਹੁਤ ਵੱਡਾ ਤਿਉਹਾਰ ਮੰਨਿਆ ਜਾਂਦਾ। ਇਹਦੀ ਪੋਲੀਟੀਕਲ ਸਿਗਨੀਫਿਕੈਂਸ ਵੀ ਬਹੁਤ ਮਾਇਨੇ ਰੱਖਦੀ ਆ, ਕਿਉਂਕਿ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੀਂ ਤਹਿਰੀਕ ਨੂੰ ਮਤਲਬ ਕਿ ਦੁਨੀਆ ਦੇ ਸਾਹਮਣੇ ਲਿਆਂਦਾ ਸੀ। ਪਰ ਇਸ ਵਾਰੀ ਜਿਹੜਾ ਡਿਫਰੈਂਸ ਆਇਆ ਹੈਗਾ ਉਹਦੇ 'ਚ ਹੈਗਾ ਕਿ ਐਕਸੈਸਿਵ ਜਿਹੜਾ ਹੈਗਾ ਪੰਜਾਬ ਗੌਰਮੈਂਟ ਨੇ, ਚੀਫ ਮਿਨਿਸਟਰ ਭਗਵੰਤ ਮਾਨ ਦੀਆਂ ਡਾਇਰੈਕਸ਼ਨਸ ਥੱਲੇ ਉੱਥੇ ਬੜਾ ਐਕਸੈਸਿਵ ਸਿਕਿਉਰਿਟੀ ਦਾ ਆਪਰੇਟਸ ਜਿਹੜਾ ਸੀਗਾ, ਉਹਨਾਂ ਦਾ ਘੇਰਾ ਸੀਗਾ। ਇੱਥੋਂ ਤੱਕ ਕਿ ਜਿਹੜੇ ਮੱਥਾ ਟੇਕਣ ਜਾ ਰਹੇ ਸ਼ਰਧਾਲੂ ਸੀਗੇ, ਉਹਨਾਂ ਦੀ ਵੀ ਨਿੱਜੀ ਤਲਾਸ਼ੀਆਂ ਹੋਈਆਂ ਨੇ। ਇਹ ਜਿਹੜਾ ਇਸ ਤਰ੍ਹਾਂ ਦਾ ਭੈ ਭੀਤ ਕ੍ਰੀਏਟ ਕਰਨ ਦਾ ਜੋ ਸਾਹਮਣੇ ਆਇਆ ਦ੍ਰਿਸ਼, ਉਹ ਇੱਕ ਬੜੀ ਅਨਈਜ਼ੀਨੈਸ ਉਹਨੇ ਕ੍ਰੀਏਟ ਕੀਤੀ ਹੈਗੀ ਆ ਸਿੱਖ ਕੌਮ ਦੇ ਅੰਦਰ। ਜਾਂ ਤਾਂ ਇਹ ਸਰਕਾਰ ਕੋਈ ਇਸ ਤਰ੍ਹਾਂ ਦਾ ਦ੍ਰਿਸ਼ ਬੁਣਨਾ ਚਾਹੁੰਦੀ ਆ ਕਿ ਜਿਹਦੇ ਨਾਲ ਕਿ ਸਿੱਖ ਕੌਮ ਦੇ ਵਿੱਚ ਇੱਕ ਬੇਚੈਨੀ ਦੀ ਭਾਵਨਾ ਪੈਦਾ ਕੀਤੀ ਜਾਵੇ। ਆਪਾਂ ਪਹਿਲੇ ਵੀ ਦੇਖਿਆ ਕਿ ਪਿਛਲੇ 6-7 ਮਹੀਨਿਆਂ ਤੋਂ ਇਹਨਾਂ ਨੇ ਇੱਕ ਬੇਚੈਨੀ ਕ੍ਰੀਏਟ ਕੀਤੀ ਗਵਰਨਮੈਂਟਸ ਨੇ। ਇਹਦਾ ਕੀ ਮਕਸਦ ਸੀ ਕੀ ਨਹੀਂ ਸੀ, ਪਰ ਉਹਦੇ ਜਿਹੜੇ ਵਿਕਟਮ ਬਣੇ ਨੇ ਆਪਣੇ ਸਿੱਖ ਯੂਥ ਦਾ ਕਾਫੀ ਹਿੱਸਾ ਉਹਦਾ ਵਿਕਟਮ ਬਣਿਆ ਹੈਗਾ। ਸਟੇਟ ਦੇ ਜਿਹੜੀ ਐਕਸੈਸਿਵ ਜਿਹੜੀ ਉਹਨਾਂ ਦੀ ਪਾਵਰ ਸੀ, ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਪਹਿਲੇ ਇਸ ਤਰ੍ਹਾਂ ਦਾ ਜਿਹੜਾ ਬੇਚੈਨੀ ਦਾ ਨੈਰੇਟਿਵ ਸੀਗਾ, ਜਿਹਨੂੰ ਇੱਕ ਲਾਊਡ ਵੌਇਸ ਦਿੱਤੀ ਗਈ, ਸੋਸ਼ਲ ਮੀਡੀਆ ਰਾਹੀਂ ਉਹਨੂੰ ਬੜਾਵਾ ਦਿੱਤਾ ਗਿਆ, ਤੇ ਇੱਕ ਨਿੱਜ ਨੂੰ ਜਿਹੜਾ ਸੀਗਾ ਉਹ ਮਤਲਬ ਕਿ ਸਾਰੇ ਆਵਾਮ ਤੋਂ ਵੱਡਾ ਕਰਕੇ ਦਿਖਾਇਆ ਗਿਆ, ਜਿਹੜਾ ਕਿ ਬਿਲਕੁਲ ਤਰਕ ਤੋਂ ਵਿਹੂਣਾ ਸੀਗਾ। ਕਿਉਂਕਿ ਸਿੱਖ ਕੌਮ ਦੀ ਜਿਹੜੀ ਬੁਨਿਆਦ ਆ ਜੋ ਬਾਬੇ ਨਾਨਕ ਨੇ ਰੱਖੀ, ਉਹ ਤਰਕ ਤੇ ਰੱਖੀ ਸੀ। ਉਹ ਕੋਈ ਇਸ ਤਰ੍ਹਾਂ ਦੀ ਮਤਲਬ ਕਿ ਜ਼ੋਰ ਜਾਂ ਸ਼ਰਾਬੇ ਵਾਲੀ, ਰੌਲੇ ਰੱਪੇ ਵਾਲੀ ਤਰਕ ਨਹੀਂ ਸੀ। ਉਹ ਇੱਕ ਗਿਆਨ ਤੇ ਆਧਾਰਿਤ ਤਰਕ ਸੀਗਾ, ਜਿਹਦੇ ਨਾਲ ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਸੰਵਾਦ ਰਚਾਇਆ ਸੀ। ਤੇ ਜਿਹੜਾ ਉਹਨਾਂ ਨੇ ਨਵੀਂ ਦ੍ਰਿਸ਼ ਦੁਨੀਆ ਅੱਗੇ ਲਿਆਂਦਾ, ਉਹਦੀ ਇੱਕ ਜਿਹੜੀ ਬਣਤਰ ਸੀ ਉਹ ਬਹੁਤ ਡੰਗਾਈ ਦੀ ਸੋਚ ਨਾਲ ਰੱਖੀ ਸੀ, ਜਿਹੜਾ ਕਿ ਹੁਣ ਜਿਹੜਾ ਹੈਗਾ ਉਸ ਚੀਜ਼ ਨੂੰ ਬਹੁਤ ਹੌਲਿਆਂ ਕੀਤਾ ਜਾ ਰਿਹਾ। ਤੇ ਇੱਕ ਤਰ੍ਹਾਂ ਨਾਲ ਉਹਨੂੰ ਇੱਕ ਖੋਖਲੇਪਨ ਦੇ ਵਿੱਚ, ਨਾਅਰਿਆਂ ਦੀ ਸਿਆਸਤ ਵਿੱਚ ਬਦਲਿਆ ਜਾ ਰਿਹਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੋਕਾਂ ਨੂੰ ਉਮੀਦਾਂ ਨੇ, ਐਵੇਂ ਉਹਨਾਂ ਵੱਲ ਲੋਕ ਦੇਖਦੇ ਨੇ, ਉਹਨਾਂ ਦੇ ਭਾਸ਼ਣਾਂ ਨੂੰ ਐਵੇਂ ਸੁਣਦੇ ਨੇ, ਉਹਨਾਂ ਦੀਆਂ ਤਕਰੀਰਾਂ ਨੂੰ, ਕਿ ਸ਼ਾਇਦ ਕੁਝ ਕੰਟਰੋਲ ਕਰ ਸਕਣਗੇ। ਸੋ ਜਥੇਦਾਰ ਸਾਹਿਬ ਦੀ ਭੂਮਿਕਾ ਜਿਹੜੀ ਆ, ਉਹਨਾਂ ਦੇ ਜਿਹੜੇ ਤਰਕ ਨੇ, ਤੁਸੀਂ ਉਹਨਾਂ ਨਾਲ ਕਿਵੇਂ ਦੇਖਦੇ ਹੋ? ਸੰਤੁਸ਼ਟ ਹੋ? ਨਹੀਂ, ਇੱਥੇ ਸਵਾਲ ਨਾ ਕੀ ਬੋਲਦੇ ਆ ਕੀ ਨਹੀਂ ਬੋਲਦੇ, ਇਹ ਨਹੀਂ ਹੈਗਾ। ਵੱਡਾ ਸਵਾਲ ਜਿਹੜਾ ਸਿੱਖ ਕੌਮ ਅੱਗੇ ਅੱਜ ਖੜਾ ਨਾ, ਕਿ ਜਿਸ ਅਸਥਾਨ ਤੇ ਉਹ ਮੁੱਖ ਸੇਵਾਦਾਰ ਦੀ ਭੂਮਿਕਾ ਨਿਭਾ ਰਹੇ ਨੇ, ਉਹ ਇੱਕ ਆਜ਼ਾਦ ਹਸਤੀ ਦਾ ਮਤਲਬ ਕਿ ਅਸਥਾਨ ਆ।
ਪਰ ਜਿਹੜੇ ਹੁਣ ਉਸ ਅਸਥਾਨ ਤੇ ਸੇਵਾ ਨਿਭਾ ਰਹੇ ਨੇ ਮੁੱਖ ਰੂਪ ਵਿੱਚ, ਉਹਨਾਂ ਦੀ ਜਿਹੜੀ ਨਿੱਜ ਦੀ ਹਸਤੀ ਆ ਉਹ ਯਾਦ ਨਹੀਂ ਰਹਿਣ ਦਿੱਤੀ ਗਈ। ਉਹ ਇੱਕ ਪਰਿਵਾਰਕ ਸੋਚ ਦੇ ਦਬਾਅ ਦੇ ਥੱਲੇ ਹੀ ਆਪਰੇਟ ਕਰ ਰਹੇ ਨੇ, ਜਿਹੜਾ ਕਿ ਟੋਟਲੀ ਅਨਐਥੀਕਲ ਆ ਤੇ ਅਗੇਂਸਟ ਦਾ ਨੋਰਮਸ ਆਫ ਦਾ ਸਿੱਖਸ ਹੈਗਾ, ਸਿੱਖ ਕੌਮ ਦੀ ਫਿਲਾਸਫੀ ਦੇ ਨਾਲ। ਕਿਉਂਕਿ ਜਦ ਤੱਕ ਇਹ ਅਸਥਾਨ ਦੇ ਜਿਹੜੇ ਸੇਵਾਦਾਰ ਆ ਉਹ ਇੱਕ ਆਜ਼ਾਦਨੁਮਾ ਦੀ ਤਰ੍ਹਾਂ ਵਿਚਰ ਨਹੀਂ ਸਕਣਗੇ, ਤਾਂ ਉਸ ਜਿਹੜਾ ਅਸਥਾਨ ਦੀ ਅਹਿਮੀਅਤ ਆ ਉਹਨੂੰ ਇਹ ਇੱਕ ਤਰ੍ਹਾਂ ਨਾਲ ਸੱਟ ਮਾਰ ਰਿਹਾ। ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਅਸਥਾਨ ਆ ਇਹ ਸਾਡਾ ਇੱਕ ਰਾਜਨੀਤਿਕ ਪ੍ਰਭੂਸੱਤਾ ਦਾ ਚਿੰਨ੍ਹ, ਸੋਵਰੈਂਟੀ ਦੀ ਸਾਡਾ ਇਹ ਹੈਗਾ, ਜਿੱਥੋਂ ਅਸੀਂ ਸੋਵਰੈਂਟੀ ਦਾ ਹੀ ਜਿਹੜਾ ਹੈਗਾ ਬਿਰਤਾਂਤ ਸਿਰਜਦੇ ਹਾਂ। ਤੇ ਉਹ ਇੱਕ ਹੈ ਵੀ ਸੋਵਰੈਂਟੀ ਦਾ ਮਤਲਬ ਕਿ ਸਿੰਬਲ ਵੀ ਆ ਤੇ ਉਹਦੀ ਇੱਕ ਅਸਲ ਦ੍ਰਿਸ਼ ਵੀ ਆ। ਪਰ ਹੁਣ ਜਿਹੜੀ ਉਹ ਚੀਜ਼ ਆ ਉਹਦੀ ਸੋਵਰੈਂਟੀ ਨੂੰ ਬਹੁਤ ਥੱਲੇ ਕੀਤਾ ਗਿਆ ਹੈਗਾ ਤੇ ਉਹਦੇ ਉੱਤੇ ਇੱਕ ਪਰਿਵਾਰ ਰਾਹੀਂ ਅਜਿਹੀ ਸੋਚ ਵਾਲੀਆਂ ਹਸਤੀਆਂ ਲਿਆ ਕੇ ਉਹਨਾਂ ਨੂੰ ਸੇਵਾ ਦਿੱਤੀ ਆ, ਜਿਹੜੇ ਕਿ ਕਦੀ ਵੀ ਆਪਣੇ ਆਜ਼ਾਦਨੁਮਾ ਢੰਗ ਨਾਲ ਆਪਣੇ ਵਿਚਾਰ ਨਾ ਤਾਂ ਉਹ ਸਾਂਝੇ ਕਰ ਸਕਦੇ ਆ, ਨਾ ਉਸ ਬਿਰਤਾਂਤ ਤੋਂ ਜਿਹੜਾ ਪਰਿਵਾਰਕ ਬਿਰਤਾਂਤ ਆ, ਨਾ ਉਹਦੇ ਚ ਉਹ ਆਪ ਵੀ ਬਾਹਰ ਜਾਣਾ ਚਾਹੁੰਦੇ ਨੇ। ਕਿਉਂਕਿ ਜਿਹੜਾ ਅਕਾਲ ਤਖਤ ਹੈਗਾ ਇਹਨੂੰ ਕਿਸੇ ਕਾਨੂੰਨ ਦੇ ਜਦੋਂ ਤਹਿਤ ਲਿਆਂਦਾ ਗਿਆ 1925 ਚ, ਉਹੀ ਸਾਡੇ ਲਈ ਸਾਰਿਆਂ ਨਾਲੋਂ ਵੱਡੀ ਖਾਮੀ ਸੀਗੀ, ਜਿਹੜੀ ਅਸੀਂ ਓਵਰ 100 ਈਅਰਸ ਅਸੀਂ ਉਹ ਖਾਮੀ ਨੂੰ ਦੂਰ ਨਹੀਂ ਕਰ ਸਕੇ, ਸਗੋਂ ਹੋਰ ਡੰਗਾਈ ਦੇ ਵਿੱਚ ਅਸੀਂ ਉਹਦੀ ਸੋਵਰੈਂਟੀ ਨੂੰ ਖੋਰਾ ਲਾਇਆ। ਕਿਉਂਕਿ ਕਦੀ ਸਿੱਖ ਕੌਮ ਨੇ ਇਕੱਤਰ ਹੋ ਕੇ ਇਸ ਬਾਰੇ ਸੋਚਿਆ ਨਹੀਂ ਕਿ ਜਿਹੜੀ ਸਾਨੂੰ ਸੇਵਾ ਗੁਰੂ ਹਰਗੋਬਿੰਦ ਸਾਹਿਬ ਨੇ ਲਾਈ ਸੀ ਉਹ ਇੱਕ ਸੋਵਰਨ ਥਾਟ ਦਾ ਪ੍ਰਤੀਕ ਸੀਗਾ। ਅਸੀਂ ਉਸ ਚੀਜ਼ ਤੋਂ ਬਹੁਤ ਦੂਰ ਚਲੇ ਗਏ ਤੇ ਅਸੀਂ ਇੱਕ ਆਪਣੇ ਆਪ ਨੂੰ ਇੱਕ ਇਸ ਤਰ੍ਹਾਂ ਦੇ ਜਾਲ ਵਿੱਚ ਬੁਣਦੇ ਗਏ, ਜਿਹਦੇ ਨਾਲ ਕਿ ਸਾਡੀ ਜਿਹੜੀ ਹੈ ਸੋਵਰੈਂਟੀ ਦਾ ਸਿੰਬਲ ਸੀਗਾ ਉਹ ਆਪ ਹੀ ਗਹਿਰੇ ਪਰਛਾਵਿਆਂ ਦੇ ਹੇਠਾਂ ਘਿਰਿਆ ਨਜ਼ਰ ਆ ਰਿਹਾ। ਇਹ ਕਨਫਿਊਜ਼ਨ ਥੋੜੀ ਜੀ ਆਪ ਵੀ ਪੈਦਾ ਕੀਤੀ ਹੋਈ ਹੈ, ਕਿਉਂਕਿ ਜਦੋਂ ਆਪਾਂ ਕੌਮੀ ਇਨਸਾਫ ਮੋਰਚਾ ਨੂੰ ਦੇਖਦੇ ਹਾਂ ਤਾਂ ਉੱਥੇ ਜਥੇਦਾਰ ਕੋਈ ਹੋਰ ਨਹੀਂ, ਔਰ ਜਿਸ ਸਮੇਂ ਇੱਕ ਇਹ ਭੀੜ ਪਈ ਹੈ ਕਿ ਇੱਕ ਇਨੋਸੈਂਟ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ, ਅਰੈਸਟ ਕੀਤਾ ਜਾ ਰਿਹਾ ਮਹਿਜ ਸ਼ੱਕ ਦੇ ਆਧਾਰ ਦੇ ਉੱਤੇ, ਉਸ ਸਮੇਂ ਜਥੇਦਾਰ ਹੋਰ ਨਹੀਂ। ਸਰ ਇਹ ਵੀ ਕਨਫਿਊਜ਼ਨ ਬਹੁਤ ਵੱਡੀ ਹੈ ਕਿ ਲੋਕ ਕੀ ਸੋਚਦੇ ਨੇ। ਇਹ ਜਿਹੜੀਆਂ ਫਾਲਟ ਲਾਈਨਸ ਆਈਆਂ ਨਾ ਸੋਵਰੈਂਟੀ ਦੇ ਵਿੱਚ, ਇਹ ਉਸ ਵਿੱਚੋਂ ਹੀ ਬਿਰਤਾਂਤ ਜਿਹੜਾ ਨਿਕਲਿਆ। ਇਹੀ ਚੀਜ਼ 1984 ਤੋਂ ਬਾਅਦ ਵੀ ਹੋਈ ਹੈਗੀ ਆ ਕਿ ਜਿਹੜੇ ਉਸ ਟਾਈਮ ਤੇ SGPC ਵੱਲੋਂ ਅਪਾਇੰਟਡ ਜਥੇਦਾਰ ਸੀਗੇ ਉਹਨਾਂ ਦੀ ਅਥਾਰਟੀ ਲਗਾਤਾਰ ਚੈਲੰਜ ਹੁੰਦੀ ਰਹੀ ਆ ਤੇ ਕਈ ਆਪੋ ਬਣੇ ਜਥੇਦਾਰ ਉਸ ਸਮੇਂ ਵੀ ਨਿਕਲੇ ਨੇ। ਜਿਸ ਤਰ੍ਹਾਂ ਕਿ ਹੁਣ ਵੀ ਆਪਾਂ ਦੇਖਦੇ ਹਾਂ ਕਿ ਕਾਗਜ਼ੀ ਤੌਰ ਤੇ ਆਪਾਂ ਨੂੰ ਲੱਗਦਾ ਕਿ ਆਪਣਾ ਜਿਹੜੇ ਜਥੇਦਾਰ ਆ ਉਹਦੇ ਚ ਵੰਡ ਆ, ਉਹ ਇੱਕ ਲੋਕਾਂ ਵੱਲੋਂ ਆਪਣੇ ਲੈਵਲ ਤੇ ਹੀ ਇਹ ਵੰਡੀਆਂ ਕ੍ਰੀਏਟ ਕੀਤੀਆਂ ਗਈਆਂ। ਉਹ ਇਹ ਨਹੀਂ ਸੋਚ ਰਹੇ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਸੋਵਰਨ ਥਾਟ ਆ ਆਪਾਂ ਉਹਨੂੰ ਕਿਸੇ ਤਰ੍ਹਾਂ ਖੋਰਾ ਲਾ ਰਹੇ ਹਾਂ, ਤਾਂ ਹੀ ਉਸ ਫਾਲਟ ਲਾਈਨ ਦੇ ਵਿੱਚੋਂ ਇਸ ਤਰ੍ਹਾਂ ਦੇ ਬਿਰਤਾਂਤ ਨਿਕਲ ਰਿਹਾ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਜੀ ਪੰਜਾਬ ਦੇ ਵਿੱਚ ਜਿਹੜੇ ਹੋਰ ਮਸਲੇ ਨੇ ਜੀ ਉਹਨਾਂ ਤੇ ਕਦੀ ਵੀ ਗੱਲ ਨਹੀਂ ਹੁੰਦੀ ਦਿਖਦੀ, ਜਿਵੇਂ ਕਿ ਇਨਵਾਇਰਨਮੈਂਟ ਹੈ। ਇਨਵਾਇਰਨਮੈਂਟ ਤੇ ਕ੍ਰਾਈਸਿਸ ਦਾ ਅਸਰ ਇੰਨਾ ਹੋ ਰਿਹਾ ਹੈ ਕਿ ਆਪਣੀ ਕਣਕ ਜਿਹੜੀ ਹੈ ਉਹਦੀ ਪੈਦਾਵਾਰ ਇਸ ਵਾਰੀ ਬਹੁਤ ਘੱਟ ਹੋ ਗਈ ਹੈ। ਪੱਕੀ ਹੋਈ ਕਣਕ ਜਿਹੜੀ ਰੈਡੀ ਟੂ ਹਾਰਵੈਸਟ ਸੀਗੀ ਉਹ ਕਿਵੇਂ ਆਪਾਂ ਖੇਤਾਂ ਦੇ ਵਿੱਚ ਕਿਸਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ, ਵੀਡੀਓ ਸਾਹਮਣੇ ਆਈਆਂ ਕਿ ਕਿਵੇਂ ਪਰੇਸ਼ਾਨ ਨੇ। ਸੋ ਇਨਵਾਇਰਨਮੈਂਟ ਦਾ ਬਹੁਤ ਵੱਡਾ ਫਰਕ ਹੈ ਜੀ। ਹੁਣ 3 ਦਿਨਾਂ ਦੇ ਵਿੱਚ ਹੀ ਗਰਮੀ ਬਹੁਤ ਵੱਡੇ ਪੱਧਰ ਤੇ ਵੱਧ ਚੁੱਕੀ ਹੈ, ਪਰ ਇਹਦੀ ਗੱਲ ਕਿਤੇ ਵੀ ਪੰਜਾਬ ਦੇ ਵਿੱਚ ਨਹੀਂ ਹੈ। ਕੀ ਇੰਨੀ ਸੋਝੀ ਨਹੀਂ ਹੈ ਜਾਂ ਆਪਾਂ ਹਜੇ ਸਮਝ ਨਹੀਂ ਪਾ ਰਹੇ ਕਿ ਇਨਵਾਇਰਨਮੈਂਟ ਕ੍ਰਾਈਸਿਸ ਜਿਹੜਾ ਹੈ ਇਹਦਾ ਇੰਪੈਕਟ ਬਹੁਤ ਵੱਡਾ ਆਪਣੇ ਤੇ ਹੈ? ਕੀ ਚੱਕਰ ਲੱਗਦਾ ਜੀ? ਜਿਹੜੀਆਂ ਕਲਾਈਮੈਟਿਕ ਚੇਂਜਸ ਆਈਆਂ ਨੇ ਕੁਝ ਤਾਂ ਨੈਚੁਰਲ ਨੇ, ਪਰ ਉਹਦੇ ਚ ਜਿਹੜਾ ਪਾਪੂਲੇਸ਼ਨ ਦਾ ਵਧਣਾ, ਐਮਿਸ਼ਨਸ ਦਾ ਵਧਣਾ, ਜਿਹੜੀ ਆਪਣੇ ਆਲੇ ਦੁਆਲੇ ਪ੍ਰੋਟੈਕਟਿਵ ਲੇਅਰ ਸੀਗੀ ਉਹਦਾ ਖੁਰ ਜਾਣਾ ਜਾਂ ਉਹਦਾ ਇੱਕ ਥਿਨਨੈਸ ਉਹਦੇ ਚ ਆ ਜਾਣੀ, ਉਹਦੇ ਨਾਲ ਜਿਹੜਾ ਹੈਗਾ ਵਰਲਡ ਓਵਰ ਹੀ ਕਲਾਈਮੈਟਿਕ ਚੇਂਜਸ ਹੋਈਆਂ ਨੇ ਤੇ ਬੜਾ ਅਨਸੀਜ਼ਨਲ ਵਰਤਾਰੇ ਸਮੇਂ ਸਮੇਂ ਸਿਰ ਸਾਹਮਣੇ ਆਏ ਆ। ਜਿਵੇਂ ਆਪਾਂ ਹੁਣ ਸ਼ਿਮਲੇ ਦਾ ਦੇਖ ਲਈਏ, ਉਹ
ਡਿਕੇਡਸ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਕਿ ਸ਼ਿਮਲੇ 'ਚ ਇਸ ਵਾਰੀ ਜਿੰਨੀ ਨਾਰਮਲ ਸਨੋਫਾਲ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਇਸ ਤਰ੍ਹਾਂ ਹੀ ਸਵਿਟਜ਼ਰਲੈਂਡ 'ਚ ਦੇਖ ਲਓ, ਉੱਥੇ ਵੀ ਬਹੁਤ ਘੱਟ ਸਨੋਫਾਲ ਹੋਈ ਆ। ਐਲਪਾਈਨ ਮਾਊਂਟੇਨਸ ਵੀ ਯੂਰਪ 'ਚ ਵੀ ਇਹੀ ਵਰਤਾਰਾ ਸਾਹਮਣੇ ਆਇਆ। ਇਹ ਚੀਜ਼ਾਂ ਜਿਹੜੀਆਂ ਨੇ ਇਹਦੇ ਬਾਰੇ ਬੜੇ ਵੱਡੇ ਲੈਵਲ ਤੇ ਕੁਐਸਚਨਸ ਉੱਠ ਰਹੇ ਨੇ। UN ਵੱਲੋਂ ਵੀ ਇੱਕ ਸਪੈਸ਼ਲ ਗਰੁੱਪ ਬਣਾਇਆ ਗਿਆ ਸਾਰੇ ਮੁਲਕਾਂ ਦਾ। ਉਹਦੇ ਵਿੱਚ ਹੁਣ ਕੁਝ ਗੋਲਸ ਤੈਅ ਕੀਤੇ ਨੇ ਇਹਨਾਂ ਨੇ, ਜਿਹੜੇ ਕਿ ਇਹ 2030 ਤੱਕ ਉਹਨੂੰ ਇੱਕ ਇਹ ਲਾਗੂ ਕਰਨਾ ਚਾਹੁੰਣਗੇ। ਇੱਕ ਤਾਂ ਜਿਹੜੀਆਂ ਕਾਰਬਨ ਐਮਿਸ਼ਨਸ ਨੇ ਉਹਨਾਂ ਬਾਰੇ ਵੀ ਬਹੁਤ ਵੱਡੇ ਲੈਵਲ ਤੇ ਉਹਨਾਂ ਨੂੰ ਫੇਜ਼ ਆਊਟ ਕਰਨਾ ਪਊਗਾ। ਪਰ ਇੱਥੇ ਪੰਜਾਬ ਦੇ ਵਿੱਚ ਇਹ ਹੈਗਾ ਕਿ ਜਿੰਨੇ ਆਪਣੇ ਪਾਵਰ ਪਲਾਂਟਸ ਨੇ ਉਹ ਸਾਰੇ ਕੋਲ ਓਰੀਐਂਟਡ ਨੇ, ਜਦ ਕਿ ਇੱਥੇ ਜਿਹੜੀ ਵੱਡੀ ਦੇਣੀ ਚਾਹੀਦੀ ਸੀਗੀ, ਜਿਸ ਬਾਰੇ ਸੀਰੀਅਸਨੈਸ ਚਾਹੀਦੀ ਸੀ, ਉਹ ਚਾਹੀਦੀ ਸੀ ਸੋਲਰ ਐਨਰਜੀ ਤੇ ਜਾਂ ਵਿੰਡ ਪਾਵਰ ਐਨਰਜੀ ਤੇ, ਜਿਹੜੀਆਂ ਕਿ ਕਲੀਨ ਐਨਵਾਇਰਮੈਂਟਲੀ ਫਰੈਂਡਲੀ ਜਿਹੜੇ ਵਰਤਾਰੇ ਨੇ। ਪਰ ਉਹਦੇ ਉਲਟ ਆਪਾਂ ਕੋਲੇ ਤੇ ਆਪਣਾ ਸਾਰਾ ਜਿਹੜਾ ਹੈਗਾ ਜਿਹੜਾ ਦਰਬਦਾਰ ਆ ਸਾਰਾ ਉਹਦੇ ਤੇ ਰੱਖਿਆ ਹੋਇਆ। ਉਹ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਚੇਂਜਸ ਦੇ ਨਾਲ, ਜਿਸ ਤਰ੍ਹਾਂ ਦੀ ਤਪਸ਼ ਆਪਣੇ ਪੈਦਾ ਹੋ ਰਹੀ ਆ ਧਰਤੀ ਵਿੱਚੋਂ, ਇੱਕ ਤਾਂ ਪਾਪੂਲੇਸ਼ਨ ਦਾ ਬਹੁਤ ਵੱਡਾ ਇਸ਼ੂ ਆ ਜਿਹਨੂੰ ਕਿ ਇਗਨੋਰ ਕੀਤਾ ਜਾ ਰਿਹਾ ਆਪਣੇ ਇੱਥੇ ਸਟੇਟ ਲੈਵਲ ਤੇ ਵੀ ਤੇ ਇੰਡੀਆ ਦੇ ਲੈਵਲ ਤੇ ਵੀ। ਈਵਨ ਵਰਲਡ ਵਾਈਡ ਵੀ ਇਹਦੇ ਬਾਰੇ ਕੰਸਰਨਸ ਨੇ, ਕਿਉਂਕਿ ਯੂਰਪ ਜਾਂ ਵੈਸਟਰਨ ਵਰਲਡ ਵਿੱਚ ਪਾਪੂਲੇਸ਼ਨ ਨੈਗੇਟਿਵ 'ਚ ਜਾ ਰਹੀ ਹੈ। ਪਰ ਜਿਹੜੇ ਹੈਗੇ ਨੇ ਅਨਡਿਵੈਲਪਡ ਨੇਸ਼ਨਸ, ਉਹਨਾਂ ਵਿੱਚ ਜਿਹੜੀ ਪਾਪੂਲੇਸ਼ਨ ਦਾ ਪ੍ਰੈਸ਼ਰ ਬਹੁਤ ਵੱਧ ਰਿਹਾ ਤੇ ਧਰਤੀ ਤਾਂ ਉਨੀ ਹੋਈ ਆ, ਉਨੇ ਪਾਣੀ ਹੈਗੇ ਆ, ਪਰ ਉਹ ਕਿਸੇ ਹੱਦ ਤੱਕ ਵਸੋਂ ਨੂੰ ਉਹ ਸਸਟੇਨ ਕਰ ਸਕਦੇ ਆ। ਉਹਦੇ ਨਾਲ ਜਿਹੜਾ ਹੁਣ ਅਨਸੀਜ਼ਨਲ ਰੇਨਸ ਹੋਈਆਂ ਨੇ ਤੇ ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਟੈਂਪਰੇਚਰ ਆ, ਜਿਵੇਂ ਕੱਲ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਟੱਚ ਕਰ ਗਿਆ ਸੀ, ਜਿਹੜਾ ਕਿ ਬੜਾ ਇਸ ਟਾਈਮ ਤੇ ਅਨਨੈਚੁਰਲ ਲੱਗਦਾ ਕਿ ਇਸ ਤਰ੍ਹਾਂ ਅਪ੍ਰੈਲ ਵਿੱਚ ਇੰਨੀ ਗਰਮੀ ਹੁੰਦੀ ਨਹੀਂ। ਉਹਦੇ ਨਾਲ ਜਿਹੜੀ ਆਪਣੀ ਕ੍ਰੌਪਸ ਦਾ ਡੈਮੇਜ ਹੋਇਆ ਹੈਗਾ ਰੇਨਸ ਦੇ ਨਾਲ, ਇੱਕਦਮ ਫਿਰ ਟੈਂਪਰੇਚਰ ਵੱਧ ਜਾਣਾ, ਉਹਦੇ ਨਾਲ ਜ਼ਰੂਰ ਸਾਡੀ ਜਿਹੜੀ ਹੈਗੀ ਆ ਟੋਟਲ ਆਊਟਪੁੱਟ ਤੇ ਫਰਕ ਪਊਗਾ। ਇਸੇ ਤਰ੍ਹਾਂ ਜੇ ਆਪਾਂ ਹੋਰ এনवायरमेंट ਦੇ ਇਸ਼ੂ ਦੇਖੀਏ ਪੰਜਾਬ ਦੇ ਵਿੱਚ, ਉਹਦੇ 'ਚ ਆਪਾਂ ਦੇਖੋ ਜਿਹੜੇ ਆਪਣੇ ਟ੍ਰੀਟਮੈਂਟ ਪਲਾਂਟਸ ਲੱਗੇ ਨੇ, ਜਿਹੜੇ ਸੀਵੇਜ ਟ੍ਰੀਟਮੈਂਟ ਪਲਾਂਟਸ ਨੇ, ਚਾਹੇ ਉਹ ਲੁਧਿਆਣੇ 'ਚ ਲੱਗੇ ਨੇ, ਚਾਹੇ ਜਲੰਧਰ 'ਚ ਲੱਗੇ ਨੇ, ਈਵਨ ਚੰਡੀਗੜ੍ਹ 'ਚ ਲਾ ਲਓ ਤੁਸੀਂ, ਉਹਨਾਂ ਦੇ ਵਿੱਚ ਜਿਹੜੇ ਹੈਗੇ ਮੈਜੋਰਟੀ 70% ਪਲੱਸ ਜਿਹੜੇ ਨੇ ਉਹ ਨਾਨ ਫੰਕਸ਼ਨਲ ਨੇ, ਜਿਹਦੇ ਕਰਕੇ ਹੰਡਰਡਸ ਆਫ ਮਿਲੀਅਨਸ ਦਾ ਜਿਹੜਾ ਅਨਟ੍ਰੀਟਡ ਵਾਟਰ ਆ ਉਹ ਜਿਹੜਾ ਜਾ ਕੇ ਸਾਡੀਆਂ ਡਰੇਨਸ ਜਾ ਰਿਹਾ, ਫਿਰ ਸਾਡੀਆਂ ਰਿਵਰਸ ਜਾ ਰਿਹਾ। ਈਵਨ ਰਾਜਸਥਾਨ ਗਵਰਨਮੈਂਟ ਨੇ ਜਿਹੜੀਆਂ ਉੱਥੇ ਕਨਾਲਸ ਜਾਂਦੀਆਂ ਨੇ, ਰਾਜਸਥਾਨ ਫੀਡਰਸ, ਉਹ ਸਤਲੁਜ ਵਿੱਚੋਂ ਜਾਂਦੀਆਂ ਨੇ, ਉਹਦੇ 'ਚ ਉਹਨਾਂ ਨੇ ਕਈ ਵਾਰ ਇਹ ਇਸ਼ੂ ਪੰਜਾਬ ਗਵਰਨਮੈਂਟ ਨਾਲ ਉਠਾਇਆ ਹੈਗਾ, ਮਤਲਬ ਕਿ ਹਾਇਰ ਆਫਿਸਰਸ ਦੇ ਨਾਲ ਉਠਾਇਆ, ਥਰੂ ਗਵਰਨਮੈਂਟ ਚੈਨਲਸ ਨਾਲ ਵੀ ਉਠਾਇਆ ਹੈਗਾ ਕਿ ਜਿਹੜਾ ਸਾਡੇ ਪਾਣੀ ਕਨਾਲਸ ਦਾ ਆ ਰਿਹਾ ਇਹ ਬਹੁਤ ਪੋਲਿਊਟਡ ਆ, ਜਿਹੜਾ ਕਿ ਪਹਿਲਾਂ ਹੈ ਨਹੀਂ ਸੀਗਾ। ਪਹਿਲੇ ਬੜਾ ਕਲੀਨ ਵਾਟਰ ਹੁੰਦਾ ਸੀ, ਮੈਂ ਵੀ ਬੁੱਢਾ ਨਾਲਾ ਦੇਖਿਆ ਜਦੋਂ ਇਹ ਸਾਫ਼ ਹੁੰਦਾ ਸੀ। ਹੁਣ ਤੁਸੀਂ ਉਹ ਜਿਹੜਾ ਉਹਦਾ ਜਿਹੜਾ ਇੰਨਾ ਲੈਵਲ ਆ ਪੋਲਿਊਟਡ ਵਾਟਰ ਦਾ ਕਿ ਇਹ ਜਦੋਂ ਜਾ ਕੇ ਸਤਲੁਜ 'ਚ ਮਿਲਦਾ, ਇਮੀਡੀਏਟਲੀ ਸਤਲੁਜ ਦਾ ਪਾਣੀ ਜਿਹੜਾ ਕਿ ਸਾਫ਼ ਆ ਰਿਹਾ ਹੁੰਦਾ, ਇਹ ਸਾਡੇ ਲੁਧਿਆਣੇ ਦੇ ਕੋਲ ਹੀ ਜਾ ਕੇ ਰਲਦਾ ਹੈਗਾ ਸਤਲੁਜ, ਇਮੀਡੀਏਟਲੀ ਉਹ ਬ੍ਰੈਕਿਸ਼ ਵਾਟਰ ਦੇ ਵਿੱਚ ਟਰਨ ਕਰ ਜਾਂਦਾ ਤੇ ਉਹੀ ਪਾਣੀ ਫਿਰ ਹਰੀਕੇ ਪੱਤਨ ਜਾ ਕੇ ਬਿਆਸ ਨਾਲ ਰਲਦਾ। ਇਸੇ ਤਰ੍ਹਾਂ ਬਿਆਸ ਦੇ ਵਿੱਚ ਜਿਹੜੀਆਂ ਡਰੇਨਸ ਜਾਂ ਹੋਰ ਸ਼ਹਿਰੀ ਪਾਣੀ ਪੈਂਦਾ ਹੈਗਾ, ਚਾਹੇ ਉਹਦੇ ਆਲੇ ਦੁਆਲੇ ਜਿਹੜੇ ਮਤਲਬ ਕਿ ਡਿਸਟਿਲਰੀਜ਼ ਲੱਗੀਆਂ ਨੇ, ਉਹਦੇ ਬਾਰੇ ਬੜੀ ਵਾਰ ਇਸ਼ੂਜ਼ ਉੱਠੇ ਨੇ, ਪਰ ਕਿਉਂਕਿ ਉਹ ਰਸੂਖਵਾਨਾਂ ਦੀਆਂ ਡਿਸਟਿਲਰੀਜ਼ ਨੇ, ਉਹ ਇਸ਼ੂ ਦਬਾ ਦਿੱਤੇ ਜਾਂਦੇ। ਆਪਾਂ ਦੇਖਿਆ ਸੀ ਹਜ਼ਾਰਾਂ ਦੀ ਤਾਦਾਦ ਵਿੱਚ ਗੁਰਦਾਸਪੁਰ ਦੇ ਵਿੱਚ, ਬਿਆਸ ਦੇ ਵਿੱਚ ਫਿਸ਼ ਜਿਹੜੀਆਂ ਸੀਗੀਆਂ ਉਹ ਮਰੀਆਂ ਹੋਈਆਂ ਤੈਰ ਰਹੀਆਂ ਸੀ ਬਲੋਟ ਹੋ ਕੇ। ਪਰ ਉਹ ਇਸ਼ੂ ਜਿਹੜਾ, ਕਿਉਂਕਿ ਉਹ ਜਿਹੜੀ ਫਰਮ ਸੀਗੀ ਜਿਹਦੇ ਰਾਹੀਂ ਆ ਰਿਹਾ ਸੀ ਪਾਣੀ, ਉਹ ਇੱਕ ਬਹੁਤ ਵੱਡੇ ਘਰਾਣੇ ਨਾਲ ਜੁੜੀ ਹੋਈ ਹੈ, ਜਿਹੜਾ ਕਿ ਪੋਲੀਟੀਕਲੀ ਬਹੁਤ ਰਸੂਖਵਾਨ, ਤੇ ਉਹ ਇਸ਼ੂ ਕਿਸੇ ਵੀ ਤਰਪੱਤਰ ਨਹੀਂ ਲੱਗਿਆ। ਜਿਵੇਂ ਹੁਣ ਜੀਰੇ ਦਾ ਇਸ਼ੂ ਖੜਾ ਆਪਣੇ ਅੱਗੇ, ਈਵਨ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਡਰੇਨਸ ਜਾ ਕੇ ਪੈਂਦਾ ਪਟਿਆਲੇ ਰੋਹ ਦੇ ਵਿੱਚ, ਉਹਦੇ ਵਿੱਚ ਮੋਸਟ ਪੋਲਿਊਟਡ ਵਾਟਰ ਜਾ ਕੇ ਰਲਦਾ। ਜਿਹੜਾ ਨਿਆਗੌਨ ਦੇ ਵਿੱਚ ਪਲਾਂਟ ਲੱਗਿਆ ਹੋਇਆ ਉਹ ਬਹੁਤ ਘੱਟ ਲੈਵਲ ਤੇ ਆਪਰੇਸ਼ਨਲ ਆ, ਫੰਕਸ਼ਨਲ ਹੀ ਨਹੀਂ ਹੈਗਾ।
ਤੇ ਜੇ ਐਡੇ ਵਿਕਸਿਤ ਸ਼ਹਿਰ ਵਿੱਚ ਆਹ ਹਾਲ ਆ, ਬਾਕੀ ਤੁਸੀਂ ਜਲੰਧਰ 'ਚ ਦੇਖ ਲਓ, ਜਿਹੜੇ 7 ਸੀਵੇਜ ਟ੍ਰੀਟਮੈਂਟ ਪਲਾਂਟ ਲੱਗੇ ਉਹਨਾਂ 'ਚੋਂ ਸਿਰਫ ਜਿਹੜੇ ਹੈਗੇ 2 ਫੰਕਸ਼ਨਲ ਨੇ, 5 ਤਾਂ ਚੱਲ ਹੀ ਨਹੀਂ ਰਹੇ। ਇਸੇ ਤਰ੍ਹਾਂ ਲੁਧਿਆਣੇ ਵਿੱਚ ਆ, ਜਿਹੜੀਆਂ ਇੱਥੇ ਯੂਨਿਟਸ ਲੱਗੀਆਂ ਹੋਈਆਂ ਇੰਡਸਟਰੀਅਲ, ਉਹ ਬਹੁਤ ਮਤਲਬ ਕਿ ਧੜੱਲੇ ਨਾਲ ਜਿਹੜਾ ਹੈਗਾ ਅਨਟ੍ਰੀਟਡ ਪਾਣੀ ਜਿਹੜਾ ਹੈਗਾ ਉਹ ਬੁੱਢੇ ਨਾਲੇ ਵਿੱਚ ਸੁੱਟ ਰਹੇ ਨੇ। ਇਸੇ ਤਰ੍ਹਾਂ ਜਲੰਧਰ ਵਿੱਚ ਸੁੱਟ ਰਹੇ ਨੇ। ਈਵਨ ਪੰਜਾਬ 'ਚ ਹੁਣ ਦੇਖੋ, ਆਪਾਂ ਸਾਰਿਆਂ ਨਾਲੋਂ ਵੱਡੇ ਜਿਹੜੇ ਵਾਤਾਵਰਨ ਦੇ ਪ੍ਰੇਮੀ ਦੱਸੇ ਜਾਂਦੇ ਨੇ, ਕਿੰਨੇ ਉਹਨਾਂ ਨੂੰ ਇਨਾਮ ਮਿਲ ਚੁੱਕੇ ਨੇ। ਈਵਨ ਪ੍ਰੈਜ਼ੀਡੈਂਟ ਆਫ ਇੰਡੀਆ ਆ ਕੇ ਉਹਨਾਂ ਦੇ ਮਤਲਬ ਕਿ ਅਸਥਾਨ ਤੇ ਵਿਜ਼ਿਟ ਕਰ ਚੁੱਕੇ ਨੇ, ਤੇ ਉਹ ਇਸ ਮੁੱਦੇ ਤੇ ਖਾਮੋਸ਼ ਨੇ ਬਿਲਕੁਲ। ਈਵਨ ਬੁੱਢੇ ਨਾਲੇ ਤੇ ਕੁਝ ਸਾਲ ਪਹਿਲੇ ਤੋਂ 840 ਕਰੋੜ ਰੁਪਏ ਦਾ ਕਲੀਨਿੰਗ ਪ੍ਰੋਜੈਕਟ ਚੱਲ ਰਿਹਾ, ਪਰ ਉਹਦੇ ਨਾਲ ਕੋਈ ਇਸ ਤਰ੍ਹਾਂ ਦੀ ਤਬਦੀਲੀ ਜਿਹੜੀ ਧਰਾਤਲ ਤੇ ਦਿਖਦੀ ਹੋਵੇ ਉਹ ਦਿਖਾਈ ਨਹੀਂ ਦੇ ਰਹੀ। ਇਸ ਨਾਲ ਜਿਹੜਾ ਪੰਜਾਬ ਦਾ এনवायरमेंट ਔਨ ਦੀ ਹੋਲ, ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ, ਜਿਹਦੇ ਨਾਲ ਸਾਡੀ ਆਪਣੀ ਵਸੋਂ ਤੇ ਆਪਣੀ ਹੋਂਦ ਨੂੰ ਵੀ ਅਲਟੀਮੇਟਲੀ ਉਹ ਥ੍ਰੈਟ ਕਰ ਰਿਹਾ। ਇੱਕ ਲਾਈਫ ਥ੍ਰੈਟਨਿੰਗ ਸਿਨੈਰੀਓਸ ਬਣ ਰਹੇ ਨੇ, ਜਿਹਦੇ ਬਾਰੇ ਗਵਰਨਮੈਂਟ ਕੋਈ ਧਿਆਨ ਨਹੀਂ ਦੇ ਰਹੀ। ਹੁਣ ਇਹਨਾਂ ਨੂੰ ਸਾਲ ਹੋ ਗਿਆ, ਇਸ ਗਵਰਨਮੈਂਟ ਨੂੰ ਵੀ, ਇਹਨਾਂ ਨੂੰ ਪ੍ਰਾਇੋਰਟੀ ਤੇ, ਜੇ ਇਹਨਾਂ ਦਾ ਇੱਕ MP ਇਹਨਾਂ ਨੇ ਇਸ ਕਰਕੇ ਬਣਾਇਆ ਵਾਤਾਵਰਨ ਕਰਕੇ, ਇਹਨਾਂ ਨੂੰ ਤਾਂ ਪਹਿਲੀ ਪ੍ਰਾਇੋਰਟੀ ਜਿਹੜੀ ਹੋਣੀ ਸੀ ਕਿ ਪੰਜਾਬ ਦਾ ਵਾਤਾਵਰਨ ਦੇ ਨਾਲ ਜਿਹੜੇ ਜੁੜੇ ਹੋਏ ਮੁੱਦੇ ਨੇ, ਜਿਹੜੀਆਂ ਇਸ ਤਰ੍ਹਾਂ ਦੀਆਂ ਯੂਨਿਟਸ ਲੱਗੀਆਂ ਨੇ ਜੋ ਪੋਲਿਊਟ ਕਰ ਰਹੀਆਂ ਨੇ ਸਾਡੇ এনवायरमेंट ਨੂੰ, ਉਹਨਾਂ ਤੇ ਸਖਤੀ ਕਰਨੀ ਚਾਹੀਦੀ ਸੀ। ਜਦ ਕਿ ਜਿਹੜੀਆਂ ਇਹ ਯੂਨਿਟਸ ਨੇ ਨਾ, ਇਹਨਾਂ ਬਾਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਈ ਵਾਰ ਫਾਈਨਸ ਲਾਏ ਨੇ। ਈਵਨ ਹਾਈ ਕੋਰਟ ਨੇ ਵੀ ਕਈ ਵਾਰ ਡਾਇਰੈਕਸ਼ਨਸ ਦਿੱਤੀਆਂ ਨੇ, ਜਿਨ੍ਹਾਂ ਨੂੰ ਗੌਲਿਆ ਨਹੀਂ ਗਿਆ, ਨਾ ਗਵਰਨਮੈਂਟ ਵੱਲੋਂ ਗੌਲਿਆ ਗਿਆ, ਤੇ ਨਾ ਜਿਹੜੇ ਯੂਨਿਟਸ ਵਾਲੇ ਮਾਲਕ ਨੇ ਉਹ ਇਹ ਭੁੱਲ ਰਹੇ ਨੇ ਕਿ ਉਹ ਵੀ ਇਸੇ ਵਾਤਾਵਰਨ ਵਿੱਚ ਰਹਿ ਰਹੇ ਨੇ। ਅਲਟੀਮੇਟਲੀ ਇਹ ਚੀਜ਼ ਉਹਨਾਂ ਨੂੰ ਵੀ ਕੈਚ ਅਪ ਕਰ ਜਾਣੀ, ਕਿਉਂਕਿ ਜਦ ਸਾਡਾ ਗਰਾਊਂਡ ਵਾਟਰ ਹੀ ਪੋਲਿਊਟ ਹੋ ਗਿਆ, ਜਿਹੜਾ ਤੁਸੀਂ ਕਿਹਾ ਸੀ ਨਾ ਕਿ ਸਾਡੀ ਪ੍ਰੋਡਕਟਿਵਿਟੀ ਲੈਵਲ ਘਟ ਰਿਹਾ, ਉਹਦਾ ਵੱਡਾ ਕਾਰਨ ਇਹ ਵੀ ਆ ਕਿ ਸਾਡੀ ਜਿਹੜੀ ਫਾਰਮਿੰਗ ਦੀ ਰਿਲਾਇੰਸ ਆ ਉਹ ਸਾਰੀ ਗਰਾਊਂਡ ਵਾਟਰ ਤੇ ਆ, ਜਿਹੜੀ ਕਿ ਬਿਲਕੁਲ ਅਨਹਰਡ ਆਫ ਫਿਨੋਮਨਾ ਹੈਗਾ। ਕਿਉਂਕਿ ਜੇ ਆਪਾਂ ਨਹਿਰੀ ਪਾਣੀ ਵਰਤਾਂਗੇ, ਉਹਦੇ ਵਿੱਚ ਨੈਚੁਰਲ ਜਿੰਸ ਮਤਲਬ ਕਿ ਨਿਊਟ੍ਰੀਐਂਟਸ ਆਉਂਦੇ ਨੇ, ਨਵੀਂ ਸੋਇਲ ਆਉਂਦੀ ਹੈ ਉਹਦੇ ਵਿੱਚ, ਉਹਦੇ ਜਿਹੜੇ ਬੈਨੀਫਿਟਸ ਨੇ, ਉਹਦੇ ਨਾਲ ਇੱਕ ਰਿਜੂਵੀਨੇਸ਼ਨ ਹੁੰਦੀ ਆ ਸੋਇਲ ਦੀ, ਉਹਨੂੰ ਇੱਕ ਨਵੀਂ ਜਾਨ ਮਿਲਦੀ ਆ, ਉਹਦੀ ਫਰਟੀਲਿਟੀ ਲੈਵਲ ਵੱਧਦਾ ਹੈਗਾ, ਜਿਹੜਾ ਕਿ ਗਰਾਊਂਡ ਵਾਟਰ ਨਾਲ ਸਗੋਂ ਡਿਪਲੀਟ ਹੋ ਰਹੀ ਉਹਦੀ ਪ੍ਰੋਡਕਟਿਵਿਟੀ। ਤਾਂ ਹੀ ਹੁਣ ਇੱਕ ਲੈਵਲ ਤੇ ਆ ਕੇ ਆਪਾਂ ਇੱਕ ਉਸ ਪੱਧਰ ਤੇ ਪਹੁੰਚ ਗਏ ਕਿ ਇਦੋਂ ਅੱਗੇ ਆਪਾਂ ਵੱਧ ਨਹੀਂ ਸਕਦੇ, ਤੇ ਆਪਣੀ ਪਾਪੂਲੇਸ਼ਨ ਵੱਧ ਰਹੀ ਆ, ਲੋੜਾਂ ਵੱਧ ਰਹੀਆਂ ਨੇ। ਵਰਲਡ ਵਾਈਡ ਜਿਹੜਾ ਹੈਗਾ ਫੂਡ ਸਕਾਰਸਿਟੀ ਦੀ ਪ੍ਰੋਬਲਮ ਆ ਰਹੀ ਆ, ਜਦ ਦੀ ਰਸ਼ੀਆ ਯੂਕਰੇਨ ਵਾਰ ਚੱਲੀ ਹੈਗੀ ਆ। ਪਰ ਜਿਹੜਾ ਸਿਆਸੀ ਦ੍ਰਿਸ਼ ਆ, ਭਾਵੇਂ ਪੰਜਾਬ ਦਾ ਲਾ ਲਓ, ਭਾਵੇਂ ਇੰਡੀਆ ਦਾ ਲੈ ਲਓ, ਉਹਦੇ ਬਾਰੇ ਮਿਰਜ਼ਾ ਗਾਲਬ ਨੇ ਬੜਾ ਬਿਹਤਰੀਨ ਅਲਫਾਜ਼ ਦਿੱਤੇ ਨੇ ਉਸ ਦ੍ਰਿਸ਼ ਨੂੰ। ਉਹ ਕਹਿੰਦਾ ਵੀ ਜਿਹੜਾ ਥੀ ਖਬਰ ਗਰਮ के गालब के उड़ गए पुरजे, के थी खबर गरम के गालब के पुरजे उड़ गए, देखने हम भी गए पे तमाशा ना हुआ। इत्थे देखण तां जाने पर कुछ हुंदा ही नहीं, क्योंकि ਜਿਹੜੀਆਂ ਜਾਂ ਤਾਂ ਗਵਰਨਮੈਂਟਸ ਜਿਹੜੀਆਂ ਨੇ ਉਹ ਆਪਣੇ ਕੰਨ ਤੇ ਅੱਖਾਂ ਬੰਦ ਕਰ ਲੈਂਦੇ ਆ। ਕਿਉਂਕਿ ਮੈਂ ਪਹਿਲੇ ਵੀ ਜਿਹੜਾ ਇੰਟਰਵਿਊ ਸ਼ੁਰੂ ਚ ਕਿਹਾ ਕਿ ਇੱਥੇ ਤਰਕ ਵਿਹੂਣਾ ਸਮਾਜ ਨੂੰ ਬੁਣਿਆ ਜਾ ਰਿਹਾ, ਜਿਹਦੇ ਵਿੱਚ ਜਿਹੜਾ ਐਜੂਕੇਸ਼ਨ ਦਾ ਲੈਵਲ ਆ ਉਹ ਲਗਾਤਾਰ ਖੁੱਲ ਰਿਹਾ ਹੈਗਾ। ਸਾਡੇ 5 ਗਵਰਨਮੈਂਟ ਕਾਲਜਸ ਜਿਹੜੇ ਹੈਗੇ, ਜਿੱਥੇ ਕਿ BSc ਆਨਰਸ ਐਗਰੀਕਲਚਰ ਪੜ੍ਹਾਈ ਜਾ ਰਹੀ ਸੀ, ਉਹਨਾਂ ਦੀ ਜਿਹੜੀ ਅਫੀਲੀਏਸ਼ਨ ਆ ਉਹ ICAR ਨੇ ਕੈਂਸਲ ਕਰਤੀ ਆ ਲੇਟਲੀ। ਕਦੀ ਨਹੀਂ ਆਪਾਂ ਅਖਬਾਰਾਂ 'ਚ ਪੜ੍ਹਦੇ ਇਸ ਬਾਰੇ, ਕਿਤੇ ਨਿਊਜ਼ ਨਹੀਂ ਆਉਂਦੀ ਗੱਲ ਇਹ। ਉਹਦੇ ਕਰਕੇ ਉਹ ਕਾਲਜਸ ਬੰਦ ਹੋ ਰਹੇ ਆ, ਜਿਹੜੇ ਕਿ ਪਿਛਲੇ 10 ਸਾਲਾਂ 'ਚ ਇਹ ਅੱਗੇ ਕਾਲਜ ਬਣੇ, ਇਹਨਾਂ ਤੇ ਕੋਰਸਿਸ ਡਿਗਰੀ ਸ਼ੁਰੂ ਹੋਈਆਂ। ਉਹਦਾ ਕਾਰਨ ਹੈਗਾ ਕਿ ਉੱਥੇ ਰਿਸੋਰਸਿਸ ਹੈ ਨਹੀਂ ਗੇ, ਨਾ ਤਾਂ ਪ੍ਰੋਪਰ ਸਟਾਫ ਹੈਗਾ, ਨਾ ਕੋਈ ਲੈਂਡ ਇਹਨਾਂ ਨੇ ਕਾਲਜਸ ਕੋਲੇ ਹੈਗਾ ਜਿਹਦੇ ਰਾਹੀਂ ਐਗਰੀਕਲਚਰ ਰਿਸਰਚ ਹੋ ਸਕੇ, ਤਾਂ ਕਿ ਜਿਹੜੀ ਡਿਗਰੀਜ਼ ਹੈਗੀਆਂ ਨੇ ਉਹ ਸੰਪੂਰਨ ਹੋਣ। ਕਿਉਂਕਿ ਹੁਣ ਆਪਾਂ ਦੇਖਣ 'ਚ ਆਇਆ ਹੈਗਾ, ਬਹੁਤ ਵੱਡੀਆਂ ਖਬਰਾਂ ਵੀ ਆਈਆਂ ਇਸ ਬਾਰੇ ਕਿ ਜਿਹੜਾ ਪੰਜਾਬ ਦਾ ਯੂਥ ਆ
ਭਾਵੇਂ ਸੋ ਕਾਲਡ ਜਿਹੜਾ ਡਿਗਰੀ ਓਰੀਐਂਟਡ ਯੂਥ ਆ ਉਹਨਾਂ ਦੀ ਜਿਹੜੀ ਇੰਪਲੋਏਬਿਲਟੀ ਦਾ ਜਿਹੜੀ ਉਹਨਾਂ ਦੀ ਅਬਿਲਿਟੀ ਹੈਗੀ ਆ ਉਹ ਮੈਚ ਹੀ ਨਹੀਂ ਕਰਦੀ ਆਪਣੀ ਜੌਬਸ ਦੇ ਨਾਲ। ਇਸ ਕਰਕੇ ਯੋਗਤਾ ਵਿਹੂਣੀ ਜਿਹੜੀ ਇੱਥੇ ਐਜੂਕੇਸ਼ਨ ਪ੍ਰਣਾਲੀ ਚੱਲ ਰਹੀ ਆ ਉਹਦੇ ਨਾਲ ਇੱਕ ਤਾਂ ਅਨਇੰਪਲੋਇਮੈਂਟ ਵੱਧ ਰਹੀ ਆ, ਕਿਉਂਕਿ ਜਿਹੜੀ ਇੰਡਸਟਰੀਜ਼ ਲੱਗੀਆਂ ਨੇ ਜਾਂ ਯੂਨਿਟਸ ਆ ਉਹ ਕਿਉਂ ਨਹੀਂ ਚਾਹਣਗੇ ਕਿ ਅਸੀਂ ਉਹਨਾਂ ਨੂੰ ਜੌਬ ਤੇ ਰੱਖੀਏ ਜਿਨ੍ਹਾਂ ਨੂੰ ਉਹ ਯੋਗਤਾ ਆਉਂਦੀ ਹੋ ਜਾਂ ਯੋਗਤਾ ਹੋਵੇ। ਪਰ ਹੋ ਇਹ ਰਿਹਾ ਕਿ ਜਿਹੜੀ ਐਜੂਕੇਸ਼ਨ ਇੱਥੇ ਦਿੱਤੀ ਜਾ ਰਹੀ ਆ ਉਹਦੇ ਨਾਲ ਆਪਾਂ ਯੋਗ ਜਿਹੜਾ ਮਤਲਬ ਕਿ ਪੈਟਰਨ ਬਣਨਾ ਸੀਗਾ ਉਹ ਬਣ ਨਹੀਂ ਰਿਹਾ। ਐਂਡ ਪੰਜਾਬ ਯੂਥ ਇਜ਼ ਬਿਕਮਿੰਗ ਅਨਇੰਪਲੋਏਬਲ। ਇਹ ਇੰਡੀਆ ਲੈਵਲ ਤੇ ਵੀ ਇਸੇ ਤਰ੍ਹਾਂ ਹੀ, ਚਾਹੇ ਉਹ IITs ਨੇ, ਚਾਹੇ IMAs ਨੇ ਜਾਂ ਹੋਰ ਟੌਪ ਦੇ ਇੰਸਟੀਚਿਊਟਸ ਨੇ। ਐਕਸੈਪਸ਼ਨਸ ਆਰ ਦੇਅਰ, ਪਰ ਜਿਹੜੀ ਮੈਜੋਰਟੀ ਜੋ ਐਜੂਕੇਸ਼ਨਲ ਪ੍ਰਣਾਲੀ ਹੈਗੀ ਆ ਉਹ ਜਿਹੜਾ ਕਲਚਰ ਬਰੀਡ ਕਰ ਰਹੀ ਆ ਉਹ ਅਨਇੰਪਲੋਏਬਲ ਆ। ਉਹ ਇੰਨਾ ਯੋਗ ਨਹੀਂਗਾ ਕਿ ਉਹਨਾਂ ਨੌਕਰੀਆਂ ਦੇ ਲਈ ਉਹ ਕਾਬਲ ਬਣ ਸਕੇ। ਅਨਇੰਪਲੋਏਬਲ ਦਾ ਮਤਲਬ ਪੰਜਾਬੀ ਦੇ ਵਿੱਚ ਹੋ ਗਿਆ ਕਿ ਰੋਜ਼ਗਾਰ ਹੈਗਾ ਆ ਪਰ ਉਸ ਰੋਜ਼ਗਾਰ ਨੂੰ ਲੈਣ ਦੀ ਕੈਪੈਸਿਟੀ ਵਾਲੇ ਯੋਗਤਾ ਵਾਲੇ ਸਾਡੇ ਕੋਲ ਨੌਜਵਾਨ ਨਹੀਂ ਆ, ਕੈਪੇਬਲ ਨਹੀਂ ਹੈਗੇ ਉਹਨੇ। ਪੰਜਾਬ ਸਰਕਾਰ ਨੇ ਪਿਛਲੇ ਸਾਲ ਵੀ ਬੱਸਾਂ ਖਰੀਦੀਆਂ ਸੀ ਔਰ ਉਹ ਬੱਸਾਂ ਜਿਹੜੀਆਂ ਸੀ ਆਈ ਥਿੰਕ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਪ੍ਰਧਾਨ ਸੀ ਉਹਨਾਂ ਨੇ ਬੱਸਾਂ ਖਰੀਦੀਆਂ ਸੀਗੀਆਂ ਤਾਂ ਉਹ ਬੱਸਾਂ ਵੀ ਡੀਜ਼ਲ ਵਾਲੀਆਂ ਖਰੀਦੀਆਂ ਗਈਆਂ। ਚੰਡੀਗੜ੍ਹ ਟਰਾਂਸਪੋਰਟ ਯੂਨੀਅਨ ਜਿਹੜੀ ਹੈਗੀ ਆ ਬੱਸਾਂ ਉਹਨਾਂ ਨੇ ਇਲੈਕਟ੍ਰੋਨਿਕ ਐਡ ਕੀਤੀਆਂ ਸੀ ਕੁਝ ਸਾਲ ਪਹਿਲਾਂ ਔਰ ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਰਿਪੋਰਟ ਦਿੱਤੀ ਹੈ ਕਿ ਕਿੰਨਾ ਕਾਰਬਨ ਐਮਿਸ਼ਨ ਮਤਲਬ ਕਿੰਨਾ ਪੋਲਿਊਸ਼ਨ ਉਹਨਾਂ ਨੇ ਘਟਾਇਆ ਹੈ ਔਰ ਕਿੰਨਾ ਡੀਜ਼ਲ ਦਾ ਖਰਚਾ ਉਹਨਾਂ ਨੇ ਘਟਾਇਆ ਹੈ। ਸੋ ਅੱਗੇ ਜਿਹੜੀ ਆਪਣੀ ਸਰਕਾਰ ਹੈ ਉਹ ਕਿਤੇ ਵੀ ਇੱਦਾਂ ਦੀ ਪਾਲਿਸੀ ਲੈ ਕੇ ਨਜ਼ਰ ਨਹੀਂ ਆਉਂਦੀ ਕਿ ਉਹ ਐਟਲੀਸਟ ਪਬਲਿਕ ਟਰਾਂਸਪੋਰਟੇਸ਼ਨ ਨੂੰ ਹੀ ਇਲੈਕਟ੍ਰਿਕ ਬੱਸਿਸ ਜਿਹੜੀਆਂ ਨੇ ਇੱਦਾਂ ਦੀਆਂ ਸਸਟੇਨੇਬਲ ਆਪਸ਼ਨਸ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਲੈ ਕੇ ਆਵੇ। ਸਰ ਮੈਂ ਅੱਗੇ ਵਧਦੀ ਹਾਂ ਇਸ ਗੱਲ ਤੋਂ, ਇਹ ਤਾਂ ਸਿਰਫ ਇੱਕ ਫੈਕਟ ਇਸ ਬਾਰੇ ਨਾ ਮੈਂ ਐਡ ਕਰਨਾ ਚਾਹੁੰਦਾ ਕਿ ਜਦੋਂ ਦਿੱਲੀ ਦੀ ਚੀਫ ਮਿਨਿਸਟਰ ਸੀ ਨਾ ਸ਼ੀਲਾ ਦੀਕਸ਼ਿਤ, ਉਹਨੇ ਬਹੁਤ ਵੱਡੇ ਲੈਵਲ ਤੇ ਆਟੋ ਰਿਕਸ਼ਾਸ ਦੇ ਵਿੱਚ ਚੇਂਜਸ ਲਿਆਂਦੀਆਂ ਸੀ। ਜਿੰਨੇ ਡੀਜ਼ਲ ਤੇ ਚੱਲਣ ਵਾਲੇ ਆਟੋ ਰਿਕਸ਼ਾ ਸੀ ਉਹ ਸਾਰੇ ਫੇਜ਼ ਆਊਟ ਕਰਦੇ ਸੀ। ਉਦੋਂ ਠੀਕ ਆ ਰੌਲਾ ਪਿਆ ਸੀਗਾ। ਇਸ ਤਰ੍ਹਾਂ ਦਾ ਪੰਜਾਬ 'ਚ ਵੀ ਡਾਇਰੈਕਟਿਵਸ ਹੈਗੇ ਨੇ ਪਰ ਉਹ ਜ਼ਮੀਨੀ ਪੱਧਰ ਤੇ ਉਹ ਲਾਗੂ ਨਹੀਂ ਹੋ ਰਹੇ। ਹਜੇ ਵੀ ਆਪਾਂ ਆਟੋ ਰਿਕਸ਼ਾਸ ਜਾਂ ਹੋਰ ਦੇਖੀਏ ਠੀਕ ਆਪਾਂ ਨੂੰ ਲੱਗਦਾ ਯਾਰ ਆਪਾਂ ਕਿਸੇ ਦੇ ਰੁਜ਼ਗਾਰ ਤੇ ਸੱਟ ਮਾਰ ਰਹੇ ਹਾਂ, ਪਰ ਉਹਦੇ ਵਿੱਚ ਗਵਰਨਮੈਂਟ ਬੇਲੋੜੀਆਂ ਜਿਹੜੀਆਂ ਸਬਸਿਡੀਜ਼ ਹੋਰ ਦੇ ਰਹੀਆਂ ਨੇ ਜ਼ੀਰੋ ਬਿੱਲ ਵਾਲੀਆਂ ਜਾਂ ਕੁਛ ਆ, ਇਹਨਾਂ ਤੋਂ ਆਪਣਾ ਧਿਆਨ ਉਠਾ ਕੇ ਜਿਹੜਾ ਗਵਰਨਮੈਂਟ ਦੀ ਫੰਡਿੰਗ ਆ ਉਹਦੇ ਰਾਹੀਂ ਇਹ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਨੇ ਤਾਂ ਕਿ CNG ਆਪਰੇਟਡ ਜਿਹੜੇ ਨੇ ਘੱਟੋ ਘੱਟ ਜਿਹੜੇ ਗਰਾਊਂਡ ਤੇ ਚੱਲਣ ਵਾਲੇ ਆਟੋ ਰਿਕਸ਼ਾ ਆ ਉਹਨਾਂ ਵਿੱਚ ਤਾਂ ਚੇਂਜਸ ਹੋਣ। ਇਸੇ ਤਰ੍ਹਾਂ ਜਿਹੜੀ ਲੋਕਲ ਟਰਾਂਸਪੋਰਟ ਆ ਉਹ ਸਾਰੀਆਂ ਤੇ ਹੀ CNG ਰਾਹੀਂ ਆਪਰੇਟ ਹੋਣ ਜਾਂ ਇਲੈਕਟ੍ਰਿਕ ਹੋਣ। ਜਦੋਂ ਸਰਕਾਰ ਨਵੀਂ ਆਈ ਸੀ ਭਗਵੰਤ ਮਾਨ ਸਰਕਾਰ ਤਾਂ ਉਹਨਾਂ ਨੇ ਪਹਿਲਾ ਫੈਸਲਾ ਜੋ ਇੱਕ ਕੀਤਾ ਸੀਗਾ ਉਹ ਸੀ ਜਿਹੜੇ ਜੁਗਾੜੂ ਰੇੜੇ ਕਹੇ ਜਾਂਦੇ ਨੇ ਉਹਨਾਂ ਨੂੰ ਬੰਦ ਕਰਨ ਦਾ, ਪਰ ਬਹੁਤ ਜਲਦੀ ਦਬਾਅ ਦੇ ਅਧੀਨ ਉਹ ਫੈਸਲੇ ਨੂੰ ਵਾਪਿਸ ਲੈਣਾ ਪਿਆ ਸੀ। ਮੈਂ ਅੱਗੇ ਵਧਦੀ ਹਾਂ ਸਰ ਕਿ ਨਸ਼ੇ ਦੀਆਂ ਰਿਪੋਰਟਸ ਜਿਹੜੀਆਂ ਹਾਈ ਕੋਰਟ ਦੇ ਵਿੱਚ ਲਿਫਾਫਾਬੰਦ ਰਿਪੋਰਟਾਂ ਸੀ ਬਹੁਤ ਵੱਡਾ ਮਸਲਾ ਰਿਹਾ, ਖੁੱਲ ਚੁੱਕੀਆਂ ਨੇ ਹੁਣ, ਕੀ ਉਹਦੇ ਚੋਂ ਸਮਝਣਾ ਜ਼ਰੂਰੀ ਹੈ ਜੀ ਸਾਡੇ ਲਈ? ਜਿਹੜੀਆਂ ਨਾ ਇਹ 3 ਰਿਪੋਰਟਾਂ ਖੁੱਲੀਆਂ ਨੇ, ਇੱਕ ਰਿਪੋਰਟ ਨਹੀਂ ਮੇਰੇ ਖਿਆਲ ਹਜੇ ਨਸ਼ਰ ਹੋਈ ਬਾਹਰ ਨਹੀਂ ਆਈ, ਉਹਦੇ ਕੁਝ ਟੈਕਨੀਕਲ ਰੀਜ਼ਨਸ ਨੇ। ਜਿਹੜੇ ਲਾਇਰਸ ਨਵਕਿਰਨ ਸਿੰਘ ਹੁਣੀ ਇਸ ਤੇ ਪਟੀਸ਼ਨਰ ਸੀਗੇ ਇਸ ਰਿਪੋਰਟਸ ਨੂੰ ਖੁਲਵਾਉਣ ਲਈ, ਉਹਨਾਂ ਦੀ ਜਿਹੜੀ ਲਾਇਰਸ ਦੀ ਕਮੇਟੀ ਹੈ ਜਿਹਦੇ ਉਹ ਜਨਰਲ ਸੈਕਟਰੀ ਨੇ, ਉਹਨਾਂ ਨੇ ਇੱਕ ਰਿਪੋਰਟ ਅੱਗੇ ਲਿਆਂਦੀ ਆ ਜਿਹੜੀ ਪਬਲਿਕ ਡੋਮੇਨ 'ਚ ਆਈ ਆ। ਉਹਦੇ ਰਾਹੀਂ ਸਿਰਫ ਜਿਹੜੀ ਰਿਪੋਰਟ ਆ ਉਹ ਇੱਕ ਪੁਲਿਸ ਆਫੀਸਰ ਤੇ ਕੇਂਦਰਿਤ ਹੈਗੀ ਆ, ਜਿਹੜਾ ਕਿ ਹੁਣ ਸੀਗਾ ਤਾਂ ਉਹ ਹੌਲਦਾਰ ਪਰ ਉਹਨੂੰ ਇੰਸਪੈਕਟਰ ਦਾ ਰੈਂਕ ਦਿੱਤਾ ਹੋਇਆ ਸੀ। ਉਹ 90s 'ਚ ਭਰਤੀ ਹੋਇਆ ਸੀਗਾ। ਉਦੋਂ ਬਹੁਤ ਪੁਲਿਸ ਦੇ ਵਿੱਚ ਇਸ ਤਰ੍ਹਾਂ ਦੇ ਹੋਏ ਨੇ ਜਿਨ੍ਹਾਂ ਨੂੰ ਆਊਟ ਆਫ ਰੈਂਕ ਜਾ ਕੇ ਉਹਨਾਂ ਨੂੰ ਰੈਂਕਸ ਦਿੱਤੇ ਗਏ ਸੀਗੇ। ਮਤਲਬ ਕਿ ਕਈ ਸਿਪਾਹੀ ਜਿਹੜੇ ਸੀ ਉਹ SHO ਬਣਾਏ ਗਏ ਸੀਗੇ, ਜਿਹਦੇ ਬਾਰੇ ਇੱਕ ਸਰਜੀਤ ਸਿੰਘ ਜਿਹੜਾ ਸੀਗਾ ਇਸੇ ਤਰ੍ਹਾਂ ਬਣਿਆ ਹੋਇਆ SHO, ਜਿਹੜਾ ਕਹਿੰਦਾ ਸੀ ਕਿ ਮੈਂ ਆਪ ਪਤਾ ਨਹੀਂ 35 ਸਿੱਖ ਨੌਜਵਾਨ ਮਾਰੇ ਆ ਜਾਂ ਮੇਰੇ ਤੋਂ ਮਰਵਾਏ ਗਏ ਆ। ਇਸੇ ਤਰ੍ਹਾਂ ਹੁਣ ਇੰਦਰਜੀਤ ਜਿਹੜਾ ਲੰਮੇ ਚਿਰ ਤੋਂ ਜੇਲ੍ਹ ਵਿੱਚ ਹੈਗਾ, ਉਹਦੇ ਤੇ ਰੱਖਿਆ ਕਿ ਉਹ ਸਾਰਿਆਂ ਨਾਲੋਂ ਪ੍ਰੋਡਕਟਿਵ ਜਿਹੜਾ ਸੀਗਾ ਉਹ ਪੁਲਿਸ ਆਫੀਸਰ ਸੀਗਾ। ਪਰ ਇਹ ਸੀਗਾ ਕਿ ਉਹ ਸਾਰਿਆਂ ਨਾਲੋਂ ਜ਼ਿਆਦਾ ਡਰੱਗ ਸੀਜ਼ਰਸ ਕਰਦਾ ਸੀਗਾ ਤੇ ਬਹੁਤੇ ਕੇਸ ਜਿਹੜੇ ਸੀ ਉਹ ਬਰੀ ਹੋ ਜਾਂਦੇ ਸੀ ਕੋਰਟਸ ਜਾ ਕੇ,
ਕਿਉਂਕਿ ਉਸ ਤੋਂ ਬਾਅਦ ਜਿਹੜੇ ਫੋਰੈਂਸਿਕ ਸੈਂਪਲਸ ਹੁੰਦੇ ਆ ਉਹਨਾਂ 'ਚ ਤਬਦੀਲੀਆਂ ਕਰ ਦਿੰਦੇ ਸੀਗੇ। ਉਹ ਸਾਰਾ ਇੱਕ ਨੈਕਸਸ ਆ ਜਿਹੜਾ ਅੱਜ ਵੀ ਮੌਜੂਦ ਆ। ਮਤਲਬ ਕਿ ਇਹ ਲੋਕੀ ਜਿਹੜੇ ਆ ਨਾ ਡਰੱਗਸ ਨੂੰ ਇੱਕ ਨਾ ਕ੍ਰਿਮੀਨੈਲਿਟੀ ਨਾ ਦਿਓ, ਇੱਕ ਸਮਾਜਿਕ ਜਿਹੜਾ ਪੱਧਰ ਤੇ ਉਹ ਇੱਕ ਡਿਜ਼ੀਜ਼ ਹੈਗੀ ਆ ਜਿਹਦੇ ਪਹਿਲੇ ਸਿੰਪਟਮ ਸਮਝਣੇ ਪੈਣਗੇ। ਉਹ ਤਾਂ ਇੱਕ ਡਰੱਗ ਡਿਫਰੈਂਟ ਇਸ਼ੂ ਆ ਕਿ ਡਰੱਗ ਨੂੰ ਆਪਾਂ ਹੈਂਡਲ ਕਿਵੇਂ ਕਰਨਾ। ਕਿਉਂਕਿ ਜੇ ਕਿਤੇ ਗਵਰਨਮੈਂਟ ਜਾਂ ਲੋਕ ਇਹ ਸੋਚਦੇ ਨੇ ਕਿ ਇਹਨਾਂ ਚੰਦ ਰਿਪੋਰਟਾਂ ਨਾਲ ਅਸੀਂ ਡਰੱਗ ਕਲਚਰ ਪੰਜਾਬ 'ਚੋਂ ਖਤਮ ਕਰ ਦਾਂਗੇ, ਆਪਣੇ ਨਾਲੋਂ ਕਿਤੇ ਜ਼ਿਆਦਾ ਸਾਊਥ ਇੰਡੀਆ ਵਿੱਚ ਇਹ ਜਿਹੜਾ ਡਰੱਗ ਜਿਹੜਾ ਕਲਚਰ ਆ ਉਹ ਪੈਰਵਾਲੈਂਟ ਆ। ਬੰਗਲੌਰ ਇੱਕ ਐਡਾ ਮਤਲਬ ਕਿ ਵਿਕਸਿਤ ਸ਼ਹਿਰ ਹੈ ਇੰਡੀਆ ਦਾ, ਉੱਥੇ ਜਿਸ ਤਰ੍ਹਾਂ ਦਾ ਡਰੱਗ ਕਲਚਰ ਪੈਨੀਟ੍ਰੇਟ ਕਰ ਗਿਆ ਹੈਗਾ ਯੰਗ ਮਤਲਬ ਕਿ ਜਨਰੇਸ਼ਨ ਦੇ ਵਿੱਚ, ਉਹ ਅਨਇਮੈਜਨੇਬਲ ਆ। ਜਿਹਦੇ ਬਾਰੇ ਕਿ ਹੁਣ ਰਿਪੋਰਟਸ ਆ ਹਿੰਦੂ 'ਚ ਵੀ ਬੜੀ ਡਿਟੇਲਡ ਰਿਪੋਰਟ ਆਈ ਸੀ ਕੁਝ ਦਿਨ ਪਹਿਲੇ। ਇਹ ਜਿਹੜੀ ਹੈਗੀ ਆ ਨਾ ਪੰਜਾਬ 'ਚ ਜਿਹੜੀ ਆ ਮਸ਼ਹੂਰੀ ਜ਼ਿਆਦਾ ਮਿਲ ਰਹੀ ਆ, ਜਿਹੜੀ ਕਿ ਮਤਲਬ ਕਿ ਤੁਸੀਂ ਕਹੋ ਕਿ ਆਪਾਂ ਨੂੰ ਨੈਗੇਟਿਵ ਮਸ਼ਹੂਰੀ ਮਿਲ ਰਹੀ ਆ। ਪਰ ਜੇ ਕਹਿਣ ਕਿ ਅਸੀਂ ਡਰੱਗ ਖਤਮ ਕਰ ਦਾਂਗੇ, ਇਹ ਕਦੀ ਸਦੀਆਂ ਤੋਂ ਚੱਲ ਰਿਹਾ ਇਹ ਵਰਤਾਰਾ, ਇਹ ਚੱਲਦਾ ਰਹਿਣਾ। ਇਹਨੂੰ ਹੈਂਡਲ ਕਿਵੇਂ ਕਰਨਾ, ਉਹ ਰੈਮੀਡੀਅਲ ਮੈਜਰਸ ਦੇਖਣੇ ਚਾਹੀਦੇ ਆ। ਅਮਰੀਕਾ ਨੇ ਬਹੁਤ ਲੰਮਾ ਚਿਰ ਵਾਰ ਔਨ ਡਰੱਗਸ ਲੜੀ ਸੀਗੀ, ਬਹੁਤ ਕੰਟਰੀਜ਼ ਦੇ ਵਿੱਚ ਜਾ ਕੇ ਇਹਨਾਂ ਨੇ ਮਿਲਟਰੀਲੀ ਇੰਟਰਵੈਂਸ਼ਨ ਵੀ ਕੀਤੀ ਡਰੱਗ ਕਲਚਰ ਨੂੰ ਰੋਕਣ ਲਈ ਲੈਟਨ ਅਮਰੀਕਾ ਵਿੱਚ। ਪਰ ਅਲਟੀਮੇਟਲੀ ਇਹਨਾਂ ਨੂੰ ਗਿਵ ਅਪ ਕਰਨਾ ਪਿਆ ਸੀ, ਕਿਉਂਕਿ ਅਲਟੀਮੇਟ ਜਿਹੜੀ ਡਰੱਗ ਦੀ ਮਾਰਕੀਟ ਆ ਉਹ US ਆ, ਜਿੱਥੇ ਜਿੰਨੀ ਵੀ ਆਪਣੇ ਇੱਥੇ ਫੜੀ ਜਾਂਦੀ ਆ ਨਾ ਉਹਦੀ ਕੀਮਤ ਜਿਹੜੀ ਹੈਗੀ ਉਹ US ਦੇ ਹਿਸਾਬ ਨਾਲ ਲਾਉਂਦੇ ਆ। ਇੱਕ ਤਾਂ ਇਹ ਜਿਹੜਾ ਪੁਲਿਸ ਦਾ ਵਰਤਾਰਾ ਇਹ ਬੰਦ ਹੋਣਾ ਚਾਹੀਦਾ ਕਿ ਤੁਸੀਂ ਵੈਲਿਊਏਸ਼ਨ ਕਿਉਂ ਕਰਦੇ ਹੈਗੇ, ਉਹ ਵੀ ਫਾਲਸ ਵੈਲਿਊਏਸ਼ਨ, ਜਿਹਦੇ ਨਾਲ ਲੋਕਾਂ ਨੂੰ ਇਹ ਪ੍ਰਭਾਵ ਜਾਂਦਾ ਯਾਰ ਇਹ ਬੜਾ ਪ੍ਰੋਫਿਟੇਬਲ ਬਿਜ਼ਨਸ ਆ। ਤੁਸੀਂ ਜਿਹੜੀ ਪ੍ਰੈਜ਼ੈਂਟ ਕੋਈ ਹੈਗੀ ਆ ਪ੍ਰਾਈਸ, ਅੱਵਲ ਤਾਂ ਪ੍ਰਾਈਸ ਦੱਸਣੀ ਨਹੀਂ ਚਾਹੀਦੀ ਵੀ ਕਿੰਨੇ ਦੀ ਫੜੀਗੀ, ਹਾਂ ਤੁਸੀਂ ਕੁਆਂਟੀਟੀ ਦੱਸ ਸਕਦੇ ਹੋ। ਇਹ ਜਿਹੜਾ ਸ਼ੋਹਰਤ ਲੈਣ ਦਾ ਕਲਚਰ ਆ ਪੁਲਿਸ ਦੇ ਵਿੱਚ, ਇਹ ਬੜਾ ਇਹਦਾ ਨਾ ਨੈਗੇਟਿਵ ਪ੍ਰਭਾਵ ਜਾਂਦਾ ਹੈਗਾ ਲੋਕਾਂ ਦੇ ਵਿੱਚ, ਜਿਹੜਾ ਕਿ ਇਸ ਤਰ੍ਹਾਂ ਬਣਨਾ ਨਹੀਂ ਚਾਹੀਦਾ। ਨਾਲੇ ਜਿਹੜਾ ਕਲਚਰ ਆ ਇੱਕ ਪੁਲਿਸਮੈਨ ਦੇ ਨਾਲ ਦੇ ਰਾਹੀਂ ਨਹੀਂ ਬੁਣਿਆ ਗਿਆ। ਤੁਸੀਂ ਬਹੁਤ ਥਾਵਾਂ ਤੇ ਥਾਣਿਆਂ 'ਚ ਜਾਂ ਜਿਹੜੇ ਡਰੱਗ ਨਾਲ ਰਿਲੇਟਡ ਇੰਸਪੈਕਟਰਸ ਨੇ, ਤੁਸੀਂ ਦੇਖੋਗੇ ਉਹ ਲੰਮੇ ਚਿਰ ਤੋਂ ਇੱਕੋ ਹੀ ਜਗ੍ਹਾ ਤੇ ਪੋਸਟਡ ਨੇ। ਉਹਨਾਂ ਦੀਆਂ ਪਹਿਲੇ ਤਾਂ ਸਾਰਿਆਂ ਦੀਆਂ ਜਾਇਦਾਦਾਂ ਚੈੱਕ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੇ ਕਿੰਨੇ ਕੇਸ, ਇਹ ਵੀ ਆ ਰਹੀ ਹੈ ਗੱਲ ਕਿ ਬਹੁਤ ਵਾਰੀ ਕੇਸ ਜਿਹੜੇ ਹੈਗੇ ਆ ਉਹ ਆਪ ਹੀ ਇਹ ਡਰੱਗ ਰਖਾ ਕੇ ਪਾਏ ਗਏ ਹੁੰਦੇ ਆ, ਸਿਰਫ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ, ਜਾਂ ਉਹਨਾਂ ਤੋਂ ਕੋਈ ਇਲੀਗਲ ਜਿਹੜਾ ਮੋਡ ਆਫ ਪੇਮੈਂਟ ਮਤਲਬ ਕਿ ਬਣਾਇਆ ਜਾ ਸਕੇ, ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਕਿ ਕਰਪਟ ਮੇਜਰਸ ਨੇ। ਇਹ ਚੀਜ਼ਾਂ ਨੂੰ ਜਦ ਤੱਕ DGP ਲੈਵਲ ਜਾਂ ਈਵਨ ਚੀਫ ਮਿਨਿਸਟਰ ਲੈਵਲ ਤੇ ਵਿਚਾਰਿਆ ਨਹੀਂ ਜਾਂਦਾ ਕਿ ਇਹਨੇ ਜਿੰਨੇ ਇੰਸਪੈਕਟਰ ਲੰਮੇ ਚਿਰ ਤੋਂ ਲੱਗੇ ਹੋਏ ਆ ਜਾਂ ਉਸ ਡਰੱਗ ਯੂਨਿਟ 'ਚ ਨੇ, ਉਹਨਾਂ ਸਾਰਿਆਂ ਦੀਆਂ ਐਸੈਟਸ ਚੈੱਕ ਹੋਣੀਆਂ ਚਾਹੀਦੀਆਂ ਨੇ। ਕਿਉਂਕਿ ਤਨਖਾਹ ਤਾਂ ਇੱਕ ਨਿਰਧਾਰਤ ਥਾਂ ਤੇ ਆ ਨਾ, ਉਹਦੇ ਨਾਲ ਅੱਜ ਕੱਲ ਵੀ ਕਿੰਨਾ ਆਪਾਂ ਕਿੰਨੀਆਂ ਐਸੈਟਸ ਰੱਖ ਸਕਦੇ ਹਾਂ। ਜਿਵੇਂ ਇੱਥੇ ਇੱਕ ASI ਫੜਿਆ ਗਿਆ ਪਿਛਲੇ ਕੁਝ ਦਿਨਾਂ, ਇੱਥੇ ਲੁਧਿਆਣਾ ਪੁਲਿਸ, ਉਹ ASI ਕੋਲੇ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਨੇ ਤੇ ਕਿੰਨਾ ਕੁਛ ਆ। ਉਹ ਇਹ ਵੀ ਕਹਿ ਰਿਹਾ ਕਿ ਮੈਂ ਕੱਲਾ ਨਹੀਂ ਗਾ ਇਸ ਵਰਤਾਰੇ 'ਚ, ਤੇ ਕੱਲਾ ਹੋ ਵੀ ਨਹੀਂ ਸਕਦਾ ਬੰਦਾ ਜਦ ਤੱਕ ਉਹਨੂੰ ਆਫੀਸ਼ੀਅਲ ਪ੍ਰੋਟੈਕਸ਼ਨ ਨਹੀਂ ਹੋਊਗੀ। ਤੇ ਉਹ ਇੱਕ ਵੈਬ ਕਲਚਰ ਹੈਗਾ ਜਿਹੜਾ ਕਿ ਕੜੀ ਦਰ ਕੜੀ ਜੁੜਿਆ ਹੋਇਆ। ਇਹ ਜਦੋਂ ਸਿੱਖ ਸਟਰਗਲ ਕਨਕਲੂਡ ਹੋਇਆ ਜਾਂ ਕਨਕਲੂਡ ਕਰ ਦਿੱਤਾ ਗਿਆ, ਉਸ ਤੋਂ ਬਾਅਦ ਪੰਜਾਬ ਦੇ ਯੂਥ ਵਿੱਚ ਇਹ ਵਰਤਾਰਾ ਆਇਆ। ਜਾਂ ਤਾਂ ਇਹ ਬਹੁਤ ਹੱਦ ਤੱਕ ਤਾਂ ਇਹ ਲੱਗ ਰਿਹਾ, ਜੋ ਮੇਰਾ ਸੋਚਣਾ, ਕਿ ਇਹ ਸਾਰਾ ਕ੍ਰੀਏਟਡ ਮੈਨੂਫੈਕਚਰਡ ਫੇਸ ਸੀਗਾ, ਜਿਹੜਾ ਕਿ ਬੜਾ ਸੋਚ ਸਮਝ ਕੇ ਸਟੇਟ ਵੱਲੋਂ ਇਨਕਰੇਜਮੈਂਟ ਨਾਲ ਇਹ ਪੰਜਾਬ 'ਚ ਲਿਆਂਦਾ ਗਿਆ, ਤਾਂ ਕਿ ਜਿਹੜਾ ਪੰਜਾਬ ਦਾ ਯੂਥ ਆ ਉਹਨੂੰ ਕਿਸੇ ਤਰ੍ਹਾਂ ਵੀ ਪ੍ਰੋਡਕਟਿਵ ਕੰਮਾਂ ਤੋਂ ਡਾਇਵਰਟ ਕੀਤੀ ਜਾਵੇ ਉਹਨਾਂ ਦੀ ਐਨਰਜੀ। ਇਸੇ ਤਰ੍ਹਾਂ ਐਜੂਕੇਸ਼ਨ ਦਾ ਲੈਵਲ ਥੱਲੇ ਗਿਆ, ਜਿਹੜਾ ਕਿ ਇੱਕ ਮੇਨ ਟੂਲ ਆ ਜਿਹਦੇ ਰਾਹੀਂ ਕੋਈ ਵੀ ਜਿਹੜਾ ਯੂਥ ਆ ਉਹ ਸਮਝ ਸਕਦਾ ਕਿ ਕਿਸ ਚੀਜ਼ ਦੀਆਂ ਪ੍ਰੋਸ ਕੀ ਨੇ ਤੇ ਇਹਦੀਆਂ ਕੌਨਸ ਕੀ ਨੇ। ਉਹ ਚੀਜ਼ ਜਿਹੜੀ ਹੈਗੀ ਮੰਨਫੀ ਹੋ ਗਈ ਐਜੂਕੇਸ਼ਨ ਵਿੱਚੋਂ। ਜਿਹੜੇ ਬੇਸਿਕ ਸਬਜੈਕਟ ਸਿਵਿਕ ਸੈਂਸ ਦੇ ਜਾਂ ਸੋਸ਼ਲ ਰਿਸਪੌਂਸਿਬਿਲਿਟੀ ਦੇ ਜਾਂ ਤੁਹਾਡੀਆਂ ਮੋਰਲ ਐਥਿਕਸ ਦੇ, ਉਹ ਤਾਂ ਸਾਡੇ ਸਬਜੈਕਟਸ ਹੀ ਹੈ ਨਹੀਂ।
ਨਸ਼ੇ ਦੀਆਂ ਰਿਪੋਰਟਸ ਖੁੱਲਣ ਤੋਂ ਬਾਅਦ ਹੁਣ ਸਾਰਾ ਫੈਸਲਾ ਇੱਕ ਤਰ੍ਹਾਂ ਦੇ ਨਾਲ ਭਗਵੰਤ ਮਾਨ ਸਰਕਾਰ ਦਾ ਹੀ ਹੈ। ਬਾਲ ਉਹਨਾਂ ਦੀ ਕੋਰਟ ਦੇ ਵਿੱਚ ਹੈ, ਦੇਖਦੇ ਹਾਂ ਹੁਣ ਕਿਵੇਂ ਹਿੱਟ ਕਰਦੇ ਨੇ ਇਸ ਤੇ। ਪਰ ਜਦੋਂ ਆਪਾਂ ਅੱਗੇ ਵਧਦੇ ਹਾਂ ਸਰ, ਤੇ ਪੰਜਾਬ ਨਾਲ ਵੀ ਜੁੜੀ ਖਬਰ ਹੈ, ਪੂਰੇ ਦੇਸ਼ ਨਾਲ ਵੀ, ਪੂਰੇ ਭਾਰਤ ਨਾਲ ਵੀ ਜੁੜੀ ਖਬਰ ਹੈ। ਜਿਵੇਂ ਪੰਜਾਬ ਦੇ ਵਿੱਚ ਹੁਣ ਲਾਸਟ ਵੀਕ ਔਨ 에ਅਰ ਬਹੁਤ ਵਧੀਆ ਕੰਮ ਸਿਮਰਨਜੋਤ ਸਿੰਘ ਮੱਕੜ ਕਰ ਰਹੇ ਸੀ। ਉਹਨਾਂ ਦਾ ਇੱਕ ਫੇਸਬੁੱਕ ਪੇਜ ਜਿਹੜਾ ਉਹਨਾਂ ਦਾ ਮੇਨ ਸੀਗਾ ਆਫੀਸ਼ੀਅਲ ਪੇਜ, ਉਹਨੂੰ ਵਿਦਹੈਲਡ ਕਰ ਲਿਆ ਗਿਆ, ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ। ਇਸੇ ਤਰ੍ਹਾਂ ਡੇਲੀ ਪੋਸਟ ਪੰਜਾਬੀ ਤੇ ਵੀ ਐਕਸ਼ਨ ਲਿਆ ਗਿਆ। ਅਗਰ ਆਪਾਂ ਦੇਸ਼ ਭਰ 'ਚ ਵੀ ਦੇਖਦੇ ਹਾਂ ਤਾਂ ਆਪਣੇ ਲੈਵਲ ਤੇ ਸਰਕਾਰ ਨੋਟੀਫਿਕੇਸ਼ਨਸ ਕੱਢ ਕੇ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਹੁਣ ਨਵਾਂ ਵਰਤਾਰਾ ਨਿਕਲ ਕੇ ਆਇਆ ਕਿ ਫੈਕਟ ਚੈੱਕ ਕਰਨ ਦੇ ਨਾਮ ਤੇ ਇਹ ਜਿਹੜਾ ਹੈਗਾ ਨਾ April 6 ਨੂੰ ਨਵੀਂ ਅਮੈਂਡਮੈਂਟ ਆਈ ਹੈਗੀ ਥਰੂ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ। ਉਹਦੇ ਰਾਹੀਂ ਇਹਨਾਂ ਨੇ April 6 ਨੂੰ ਇੱਕ ਨਵੀਂ ਅਮੈਂਡਮੈਂਟ 2023 ਲਿਆਂਦੀ ਹੈਗੀ ਆ, ਜਿਹਦਾ ਹੈਗਾ ਕਿ ਗਾਈਡਲਾਈਨਸ ਐਂਡ ਡਿਜੀਟਲ ਮੀਡੀਆ ਐਥਿਕਸ ਕੋਡ। ਇਸ ਦੀ ਜਿਹੜੀ ਟਾਈਟਲ ਜਿਹੜੀ ਗਾਈਡਲਾਈਨਸ ਹੈਗੀਆਂ, ਇਹਦੇ ਨਾਲ ਇਹਨਾਂ ਦਾ ਇਹ ਕਹਿੰਦੇ ਵੀ ਸਾਡਾ ਇਹ ਆਦੇਸ਼ ਆ ਕਿ ਜਿਹੜੀ ਫੈਕਟਸ ਚੈੱਕ ਕਰਨੇ, ਅਸੀਂ ਜਿਹੜੀ ਵੀ ਰਿਪੋਰਟ ਸੋਸ਼ਲ ਮੀਡੀਆ ਤੇ ਜਾਂ ਇਲੈਕਟ੍ਰੋਨਿਕ ਮੀਡੀਆ ਤੇ ਆ ਰਹੀ ਹੈ, ਚਾਹੇ ਉਹ ਪ੍ਰਿੰਟ ਮੀਡੀਆ 'ਚ ਆ ਰਹੀ ਹੈ, ਉਹਨੂੰ ਜਿਹੜੀ ਗਵਰਨਮੈਂਟ ਨੂੰ ਕੰਸਰਨਿੰਗ ਆ, ਅਸੀਂ ਉਹਦਾ ਚੈੱਕ ਕਰਾਂਗੇ ਵੀ ਕਿਤੇ ਇਹ ਫੇਕ ਨਿਊਜ਼ ਤਾਂ ਨਹੀਂ। ਇਹ ਜਿਸ ਤਰ੍ਹਾਂ ਡੋਨਲਡ ਟਰੰਪ ਜਦੋਂ ਪ੍ਰੈਜ਼ੀਡੈਂਟ ਸੀ USA ਦੇ, ਉਹਨਾਂ ਨੇ ਵੀ ਇਹ ਜਿਹੜਾ ਫਰੇਜ਼ ਆ ਉਹਨੂੰ ਕੌਨ ਕੀਤਾ ਸੀ ਕਿ ਫੇਕ ਨਿਊਜ਼ ਆ, ਜਿੰਨੇ ਵੀ ਮੇਰੇ ਉਲਟ ਚੱਲ ਰਹੇ ਨੇ। ਉਹ ਉਹਨਾਂ ਨੇ ਇੱਕ ਨਾਮੀ ਜਿਹੜੇ ਇੰਟਰਨੈਸ਼ਨਲ ਮਤਲਬ ਕਿ ਕੈਲੀਬਰ ਦੇ ਚੈਨਲ ਸੀਗੇ, CBS ਤੇ ਹੋਰ ਜਿਹੜੇ ਹੈਗੇ ਸੀ ABC ਨਿਊਜ਼, NB, ਸਾਰਿਆਂ ਨੂੰ ਉਹਨਾਂ ਨੇ ਕਿਹਾ ਸੀ ਕਿ ਫੌਕਸ ਨਿਊਜ਼ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਨੇ ਉਹ ਫੇਕ ਨਿਊਜ਼ ਨੇ। ਕਈ ਵਾਰ ਉਹਨਾਂ ਦੀ ਪੱਤਰਕਾਰਾਂ ਨਾਲ ਸਿੱਧੀ ਝੜਪ ਵੀ ਹੋਈ ਸੀ ਇਸ ਗੱਲ ਤੇ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਜਿਹੜਾ ਚੱਲ ਰਿਹਾ ਕਿ ਮੀਡੀਆ ਨੂੰ ਵਨ ਵੇ ਔਰ ਦੀ ਅਦਰ ਕੰਟਰੋਲ ਕਰਨਾ ਗਵਰਨਮੈਂਟ ਵੱਲੋਂ, ਉਹ ਕਾਫੀ ਹੱਦ ਤੱਕ ਤਾਂ ਗਵਰਨਮੈਂਟ ਸਫਲ ਹੋ ਗਈ ਹੋਈ ਹੈ ਇਸ ਨੈਰੇਟਿਵ ਦੇ ਵਿੱਚ। ਹੁਣ ਜਿਹੜੀ ਨਵੀਂ ਇਹਨਾਂ ਨੇ ਗਾਈਡਲਾਈਨਸ ਲਿਆਂਦੀਆਂ ਨੇ ਅਮੈਂਡਮੈਂਟ 2023 ਦੇ ਵਿੱਚ, ਉਹਦੇ ਨਾਲ ਜਿਹੜਾ ਮੀਡੀਆ ਐਥਿਕ ਕੋਡ ਇਹ ਬਣਾ ਰਹੇ ਨੇ, ਉਹਦੇ ਕੋਲੇ ਅਨਹਿੰਡਰਡ ਪਾਵਰਸ ਨੇ ਤੇ ਵਿਦਆਊਟ ਐਨੀ ਚੈਕਸ ਐਂਡ ਬੈਲੈਂਸਿਸ ਹੈਗਾ। ਭਾਵੇਂ ਇਹਨਾਂ ਨੇ ਕਿਹਾ ਵੀ ਅਸੀਂ 4 ਮੈਂਬਰੀ ਇੱਕ ਕਮੇਟੀ ਵੀ ਬਣਾਵਾਂਗੇ, ਜਿਹਦੇ 'ਚ ਇੱਕ ਮੀਡੀਆ ਐਕਸਪਰਟ ਹੋਊਗਾ, ਇੱਕ ਲੀਗਲ ਐਕਸਪਰਟ ਹੋਊਗਾ, ਇੱਕ ਸਟੈਟਿਸਟਿਕਸ ਦਾ ਮਾਹਰ ਹੋਊਗਾ, ਤੇ ਇੱਕ ਜਿਹੜਾ ਹੋਊਗਾ ਇਨਫੋਰਮੇਸ਼ਨ ਟੈਕਨੋਲੋਜੀ ਦੀ ਮਿਨਿਸਟਰੀ ਵਿੱਚੋਂ ਬੰਦਾ ਹੋਊਗਾ, ਵੀ ਉਹ ਅਲਟੀਮੇਟਲੀ ਟੀਮ ਚੈੱਕ ਕਰਿਆ ਕਰੂਗੀ। ਫਿਰ ਅਸੀਂ ਦੇਵਾਂਗੇ ਕਲੀਅਰੈਂਸ ਕਿ ਜਿਹੜੀ ਗਵਰਨਮੈਂਟ ਕੰਸਰਨਿੰਗ ਨਿਊਜ਼ ਆ ਉਹਨੂੰ ਬਾਹਰ ਲਿਆਂਦਾ ਜਾਵੇ ਜਾਂ ਉਹਨੂੰ ਪਬਲਿਕ ਡੋਮੇਨ 'ਚ ਰੱਖਿਆ ਜਾ ਸਕੇ। ਉਹਦੇ ਨਾਲ ਇੱਕ ਤਾਂ ਜਿਹੜਾ ਹੈਗਾ ਪੱਤਰਕਾਰੀ ਦੇ ਵਿੱਚ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਆ, ਉਹਨੂੰ ਬਹੁਤ ਵੱਡੇ ਲੈਵਲ ਤੇ ਖੋਰਾ ਲੱਗੂਗਾ। ਇੰਡੀਆ ਦਾ ਵੈਸੇ ਜਿਹੜੀ ਵਰਲਡ ਵਾਈਡ ਰੈਂਕਿੰਗ ਹੈਗੀ ਆ ਪ੍ਰੈਸ ਫਰੀडम ਬਾਰੇ, ਉਹ ਪਹਿਲੇ ਹੀ ਥੱਲੜੇ ਦਰਜੇ ਦੀ ਮੰਨੀ ਜਾ ਰਹੀ ਆ। 180 ਚੋਂ 150 ਹੈਗੀ ਇੰਡੀਆ ਦੀ, ਕਿ ਇੱਥੇ ਜਿਹੜੀ ਪ੍ਰੈਸ ਹੈਗੀ ਆ ਉਹ ਬਹੁਤ ਵੱਡੇ ਰੈਸਟ੍ਰੇਨ ਥੱਲੇ ਕੰਮ ਕਰ ਰਹੀ ਆ, ਤੇ ਉਸ ਨੂੰ ਹਰ ਹੀਲਾ ਵਰਤ ਕੇ ਪ੍ਰੈਸ ਦੇ ਫਰੀडम ਨੂੰ ਦਬਾਇਆ ਜਾ ਰਿਹਾ। ਇਸ ਤਰ੍ਹਾਂ ਦੀਆਂ ਨਵੀਆਂ ਅਮੈਂਡਮੈਂਟਸ ਜਿਹੜੀਆਂ ਨੇ ਇਸ ਪ੍ਰੈਸ਼ਰ ਦੇ ਵਿੱਚ ਹੋਰ ਐਡੀਸ਼ਨਸ ਕਰਨਗੀਆਂ। ਪੰਜਾਬ ਦੇ ਵਿੱਚ ਜੋ ਐਕਸ਼ਨ ਹੋ ਰਹੇ ਨੇ ਪੱਤਰਕਾਰਾਂ ਤੇ, ਹਜੇ ਤੱਕ ਕਲੀਅਰ ਨਹੀਂ ਹੈ ਕਿ ਇਹ ਸਟੇਟ ਸਰਕਾਰ ਕਰ ਰਹੀ ਹੈ ਕਿ ਕੇਂਦਰ ਦੀ ਸਰਕਾਰ। ਅਲਟੀਮੇਟਲੀ ਜਿਹੜਾ ਤਾਕਤ ਹੈ ਉਹ ਤਾਂ ਕੇਂਦਰ ਸਰਕਾਰ ਕੋਲ ਹੈ, ਪਰ ਪਤਾ ਨਹੀਂ ਲੱਗ ਰਿਹਾ ਕਿ ਕੀ ਪੰਜਾਬ ਸਰਕਾਰ ਵੱਲੋਂ ਸ਼ਿਕਾਇਤਾਂ ਜਾ ਰਹੀਆਂ ਨੇ ਜਿਵੇਂ ਔਨ 에ਅਰ ਤੇ ਐਕਸ਼ਨ ਹੋਇਆ। ਇਸ ਤਰ੍ਹਾਂ ਦੀ ਅਬਾਰਤ ਜਿਹੜੀ ਬੁਣੀ ਜਾ ਰਹੀ ਹੈ ਨਾ ਸਟੇਟ ਵੱਲੋਂ, ਇਹਦੇ ਬਾਰੇ ਮੈਂ ਇਹੀ ਕਹੂੰਗਾ ਕਿ ਮਿਟਦੀ ਨਹੀਂ ਤਹਿਰੀਕ ਸੇ ਕੋਈ ਵੀ ਅਬਾਰਤ। ਜਿਹੜਾ ਇਹਨਾਂ ਦਾ ਵਰਤਾਰਾ ਨਾ ਉਹ ਮਿਟਦਾ ਨਹੀਂਗਾ, ਨਾ ਇਹ ਸਿੱਖ ਰਹੇ ਆ ਪਿੱਛੇ ਤੋਂ। ਤਹਿਰੀਕ ਲਿਖੇਗੀ ਕਿ ਲਿਖਾ ਕਾਟ ਰਹੇ ਹੈ, ਵੀ ਕਿਤੇ ਇਹ ਜਿਹੜੀਆਂ ਡਾਲੀਆਂ ਤੇ ਬੈਠੇ ਆ ਕਿਤੇ ਉਹਨਾਂ ਨੂੰ ਆਪ ਹੀ ਕੱਟ ਤਾਂ ਨਹੀਂ ਰਹੇ ਇਹ ਸਮਾਜ। ਇਹਦਾ ਜਿਹੜਾ ਹੈਗਾ ਨਾ ਕਿ ਇੰਡੀਆ ਲੈਵਲ ਤੇ ਵੀ ਇਹਦਾ ਬਹੁਤ ਵੱਡੇ ਲੈਵਲ ਤੇ ਕੰਡੈਮਨੇਸ਼ਨ ਹੋਈ ਹੈਗੀ। ਜਿਹੜੀ ਨਵੀਆਂ ਗਾਈਡਲਾਈਨਸ ਹੋਈਆਂ ਨੇ, ਚਾਹੇ ਉਹ ਐਡੀਟਰਸ ਗਿਲਡ ਆਫ ਇੰਡੀਆ ਹੈਗੀ ਆ, ਚਾਹੇ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਹੈਗੀ ਆ, ਤੇ ਹੋਰ ਜਿਹੜੇ ਨਾਮੀ ਪੱਤਰਕਾਰ ਨੇ, ਉਹ ਸਾਰਿਆਂ ਨੇ ਇਸ ਬਾਰੇ ਡੀਪ ਕੰਸਰਨਸ ਸ਼ੋ ਕੀਤੇ ਨੇ ਕਿ ਇਹ ਜਿਹੜੀ ਅਮੈਂਡਮੈਂਟ ਹੈ ਗਵਰਨਮੈਂਟ ਨੂੰ ਵਿਦਡਰਾ ਕਰਨੀ ਚਾਹੀਦੀ ਹੈ।
ਕਿਉਂਕਿ ਇਹਦੇ ਨਾਲ ਇੱਕ ਸਹਿਮ ਦਾ ਇੱਕ ਕਨਫਿਊਜ਼ਨ ਸਟੇਟ ਆਫ ਜਿਹੜਾ ਹੈਗਾ ਵਰਤਾਰਾ ਲੋਕਾਂ ਦੇ ਮਨਾਂ ਵਿੱਚ ਮਤਲਬ ਕਿ ਸੁਭਾਵਕ ਕਰਕੇ ਉਹ ਸਾਹਮਣੇ ਆਊਗਾ ਜਾਂ ਉਸ ਤਰ੍ਹਾਂ ਦਾ ਪ੍ਰਭਾਵ ਜਾਊਗਾ। ਤਾਂ ਹੀ ਮੈਂ ਕਹਿੰਦਾ ਨਾ ਕਿ ਇੱਥੇ ਅਬਾਰਤਾਂ ਇਦਾਂ ਦੀਆਂ ਲਿਖੀਆਂ ਜਾ ਰਹੀਆਂ ਜਿਹੜੀਆਂ ਕਿ ਮਟਾਉਣੀਆਂ ਬਹੁਤ ਔਖੀਆਂ ਹੋ ਜਾਣਗੀਆਂ। USA ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਇੱਕ ਕਾਫੀ ਸੈਂਸਿਟਿਵ ਸੀਕ੍ਰੇਟ ਡਾਕੂਮੈਂਟ ਜਿਹੜਾ ਇੰਟੈਲੀਜੈਂਸ ਦਾ ਉਹ ਲੀਕ ਹੋਇਆ ਹੈ। ਇੱਕ ਬਹੁਤ ਹੀ ਨੌਜਵਾਨ ਮੁੰਡੇ ਨੂੰ 20-21 ਸਾਲ ਦੀ ਉਮਰ ਦਾ ਲੜਕਾ ਉਹਨੂੰ ਅਰੈਸਟ ਵੀ ਕੀਤਾ ਗਿਆ ਹੈ। ਇੱਕ ਛੋਟਾ ਜਿਹਾ ਸਾਨੂੰ ਐਕਸਪਲੇਨੇਸ਼ਨ ਦਿਓ ਜੀ ਇਹ ਕੀ ਹੋਇਆ ਹੈ। ਜਿਹੜੀ ਨਾ ਲਾਸਟ ਵੀਕ ਨਿਊਯਾਰਕ ਟਾਈਮਸ ਜਿਹੜਾ ਕਿ ਬੜਾ ਨਾਮੀ ਅਖਬਾਰ ਹੈਗਾ ਉਹਦੇ ਵਿੱਚ ਰਿਪੋਰਟ ਆਈ ਕਿ ਜਿਹੜੀ ਹਾਈਲੀ ਕਲਾਸੀਫਾਈਡ ਮਿਲਟਰੀ ਇੰਟੈਲੀਜੈਂਸ ਨਾਲ ਤਾਲਕ ਜਿਹੜੀਆਂ ਰਿਪੋਰਟਸ ਨੇ ਉਹ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਰਿਪੋਰਟ ਹੋਈਆਂ ਨੇ। ਉਹਦੇ ਵਿੱਚ ਜਿਹੜੀ ਅਮਰੀਕਾ ਦੀ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਮਿਲਟਰੀ ਈਵਨ ਜਿਹੜੀਆਂ ਯੂਕਰੇਨੀਅਨ ਵਾਰ ਦੇ ਸੰਬੰਧੀ ਵੀ ਜਿਹੜੀ ਯੂਕਰੇਨ ਦੀ ਮਿਲਟਰੀ ਆ ਉਹ ਕਿੱਥੇ ਕਿੱਥੇ ਪੁਆਇੰਟਸ ਤੇ ਵਨਰੇਬਲ ਆ ਜਿਹੜੀ ਇਹਨਾਂ ਦੀ ਇੰਟਰਨਲ ਇੰਟੈਲੀਜੈਂਸ ਦੀ ਇਨਪੁਟ ਸੀਗੀ ਅਮਰੀਕਾ ਦੀ ਉਹ ਸਾਰੀਆਂ ਮਤਲਬ ਕਿ ਜਿਹੜੀਆਂ ਇਨਫੋਰਮੇਸ਼ਨ ਸੀ ਉਹ ਸੋਸ਼ਲ ਪੋਸਟ ਰਾਹੀਂ ਲੀਕ ਕਰ ਦਿੱਤੀਆਂ ਗਈਆਂ ਸੀ। ਕੋਈ ਤਾਂ ਕਹਿੰਦਾ ਕਿ ਮਾਰਚ ਵਿੱਚ ਆਈਆਂ ਪਰ ਹੁਣ ਪਤਾ ਲੱਗ ਰਿਹਾ ਵੀ ਸ਼ਾਇਦ ਮਾਰਚ ਤੋਂ ਵੀ ਪਹਿਲੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਬਾਹਰ ਆ ਗਈਆਂ ਸੀ ਰਿਪੋਰਟਸ ਜਿਹਦੇ ਬਾਰੇ US ਗਵਰਨਮੈਂਟ ਨੂੰ ਵੀ ਪਤਾ ਨਹੀਂ ਲੱਗ ਸਕਿਆ। ਇਹ ਵਿਕੀ ਲੀਕਸ ਤੋਂ ਬਾਅਦ ਇੱਕ ਵੱਡਾ ਜਿਹੜਾ ਹੈਗਾ ਇਹ ਸਾਹਮਣੇ ਆਇਆ ਵਰਤਾਰਾ ਜਿਹਦੇ ਰਾਹੀਂ ਬੜੇ ਸੈਂਸਿਟਿਵ ਮਟੀਰੀਅਲ ਜਿਹੜੇ ਨੇ ਉਹ ਪਬਲਿਕ ਡੋਮੇਨ ਦੇ ਵਿੱਚ ਆਏ। ਇਹਦੇ ਰਾਹੀਂ ਈਵਨ ਜਿਹੜੇ ਸਰਟਨ ਇਹਨਾਂ ਦੇ ਫਰੈਂਡਲੀ ਨੇਸ਼ਨਸ ਨੇ USA ਦੀਆਂ ਉਹਨਾਂ ਦੀ ਵੀ ਜਿਹੜੀ ਮਿਲਟਰੀ ਦੀਆਂ ਜਿਹੜੀਆਂ ਸੀਕ੍ਰੇਟਸ ਨੇ ਉਹ ਵੀ ਪਬਲਿਕ ਡੋਮੇਨ 'ਚ ਆਈਆਂ ਨੇ ਜਿਵੇਂ ਇਜ਼ਰਾਈਲ ਦੀਆਂ, ਟਰਕੀ ਦੀਆਂ ਤੇ ਸਾਊਥ ਕੋਰੀਆ ਦੀ। ਉਸ ਰਿਪੋਰਟ ਦੇ ਵਿੱਚ ਮੈਂਸ਼ਨਡ ਹੈਗਾ ਜਿਹੜੀ ਲੀਕ ਹੋਈ ਆ। ਇਹਦੇ ਰਾਹੀਂ ਉਹਨਾਂ ਨੇ ਇੱਕ 21 ਈਅਰ ਓਲਡ ਜਿਹੜਾ ਅਮਰੀਕਨ ਅਰੈਸਟ ਕੀਤਾ ਹੈਗਾ ਜੌਨ ਡਗਲਸ ਟਾਈਜ਼ੇਰਾ। ਉਹ ਬੋਸਟਨ ਦਾ ਵਸਨੀਕ ਹੈਗਾ ਤੇ ਹੁਣ ਉਹਨੂੰ ਲਾਸਟ ਫਰਾਈਡੇ ਜਿਹੜਾ ਫਰਾਈਡੇ ਲੰਘਿਆ ਉਹਨੂੰ FBI ਨੇ ਅਰੈਸਟ ਕੀਤਾ ਹੈਗਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਤੇ ਉਹਨੂੰ ਫਰਾਈਡੇ ਨੂੰ ਹੀ ਇੱਕ ਫੈਡਰਲ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀਗਾ। ਜੇ ਉਹ ਇਹਨਾਂ ਦੀ ਹੀ ਉਹ 에ਅਰ ਫੋਰਸ ਦੇ ਵਿੱਚ ਨੈਸ਼ਨਲ ਗਾਰਡ ਦੀ ਸਰਵਿਸ ਕਰਦਾ ਸੀਗਾ ਜਿਹੜਾ ਰਿਜ਼ਰਵ ਗਾਰਡ ਹੁੰਦਾ ਹੈਗਾ US ਆਰਮੀ ਦਾ। ਉਹਦੇ ਵਿੱਚ ਹੁਣ ਜੇ ਉਹ ਕਨਵਿਕਟ ਹੋ ਗਿਆ ਤਾਂ ਉਹਨੂੰ 10 ਇਅਰਸ ਤੱਕ ਦੀ ਸਜ਼ਾ ਹੋ ਸਕਦੀ ਆ। ਹਜੇ ਟ੍ਰਾਇਲ ਚੱਲੂਗਾ ਕਿ ਕਿੰਨੀ ਇਨਫੋਰਮੇਸ਼ਨ ਲੀਕ ਹੋਈ ਆ ਤੇ ਉਸ ਕੋਲੇ ਇਹ ਰਿਪੋਰਟਸ ਆਈਆਂ ਕਿਵੇਂ ਨੇ ਕਿਉਂਕਿ ਇਹ ਬੜੇ ਹਾਈਲੀ ਸੈਂਸਿਟਿਵ ਮੈਟਰ ਹੈਗਾ ਐਂਡ ਇਟ ਇਜ਼ ਆਫ ਗ੍ਰੇਵ ਕੰਸਰਨ ਟੂ ਦਾ ਨੈਸ਼ਨਲ ਸਿਕਿਉਰਿਟੀ ਆਫ ਯੂਨਾਈਟਿਡ ਸਟੇਟਸ। ਯਮਨ ਦੇ ਵਿੱਚ ਜਿਹੜੀ ਇੱਕ ਪ੍ਰੋਕਸੀ ਵਾਰ ਚੱਲ ਰਹੀ ਸੀ ਔਰ ਆਪਾਂ ਹੁਣ ਲੇਟਲੀ ਦੇਖਿਆ ਵੀ ਆਪਾਂ ਪਿਛਲੇ ਐਪੀਸੋਡਸ ਦੇ ਵਿੱਚ ਗੱਲ ਵੀ ਕੀਤੀ ਹੈ ਕਿ ਸਾਊਦੀ ਐਂਡ ਈਰਾਨ ਦਾ ਆਪਸ ਦੇ ਵਿੱਚ ਚਾਈਨਾ ਨੇ ਜੋ ਸਮਝੌਤਾ ਕਰਾਇਆ ਸੀ ਉਸ ਸਮਝੌਤੇ ਤੋਂ ਬਾਅਦ ਹੁਣ ਡਿਪਲੋਮੈਟਿਕ ਗੱਲਾਂ ਅੱਗੇ ਵਧੀਆਂ ਨੇ ਔਰ ਉਮੀਦ ਹੈਗੀ ਹੈ ਕਿ ਇਹ ਜਿਹੜੀ ਯਮਨ ਦੀ ਵਾਰ ਆ ਇਹ ਖਤਮ ਹੋ ਸਕਦੀ ਹੈ ਪ੍ਰੋਕਸੀ ਵਾਰ ਹੁਣ। ਜਿਹੜੇ ਨਾ ਬੜੀਆਂ ਸਟ੍ਰੇਨਡ ਟਾਈ ਸੀਗੀਆਂ ਬਿਟਵੀਨ ਇਰਾਨ ਤੇ ਸਾਊਦੀ ਅਰੇਬੀਆ ਦੀਆਂ ਸਿੰਸ 1979 ਦੇ ਵਿੱਚ ਜਦੋਂ ਇਰਾਨ ਦੇ ਵਿੱਚ ਰੈਵੋਲੂਸ਼ਨ ਆਇਆ ਤੇ ਜਿਹੜਾ ਉੱਥੋਂ ਦਾ ਰਾਜਾ ਸੀਗਾ ਪਹਿਲਾਵੀ ਉਹਦਾ ਤਖਤਾ ਜਦੋਂ ਪਲਟਿਆ ਗਿਆ ਜਿਹੜਾ ਕਿ US ਸਪੋਰਟਡ ਸੀਗਾ ਜਿਹੜਾ ਉਸ ਟਾਈਮ ਤੇ ਉੱਥੋਂ ਦਾ ਰੂਲਰ ਸੀਗਾ ਇਰਾਨ ਦਾ। ਉਸ ਤੋਂ ਬਾਅਦ ਉਹਨੂੰ USA ਦੇ ਵਿੱਚ ਪੋਲੀਟੀਕਲ ਅਸਾਈਲਮ ਵੀ ਦੇ ਦਿੱਤੀ ਗਈ ਸੀਗੀ। ਉਸ ਤੇ ਜਦੋਂ ਉਸ ਤੋਂ ਬਾਅਦ ਇਹਨਾਂ ਦੀਆਂ ਲਗਾਤਾਰ ਸਾਊਦੀ ਅਰੇਬੀਆ ਨਾਲ ਇੱਕ ਤਰ੍ਹਾਂ ਨਾਲ ਕਨਫਲਿਕਟ ਚੱਲਦਾ ਆਇਆ ਇਰਾਨ ਤੇ ਸਾਊਦੀ ਅਰੇਬੀਆ ਦਾ। ਇਹ ਦੋਨੋਂ ਹੀ ਮਿਡਲ ਈਸਟ ਦੇ ਵਿੱਚ ਵੱਡੇ ਮੁਲਕ ਨੇ ਤੇ ਆਇਲ ਪ੍ਰੋਡਿਊਸਿੰਗ ਕੰਟਰੀਜ਼ ਨੇ। ਇਹਨਾਂ ਦੇ ਬਾਅਦ ਇਹੀ ਇੱਕ ਅੱਜ ਤੋਂ 10 ਸਾਲ ਦੇ ਤਕਰੀਬਨ ਪਹਿਲਾਂ ਯੇਮਨ ਦੇ ਵਿੱਚ ਤਖਤਾ ਪਲਟਿਆ ਸੀਗਾ ਹੂਥੀਸ ਵੱਲੋਂ। ਉਹਨਾਂ ਨੇ ਜਿਹੜਾ ਉਸ ਟਾਈਮ ਤੇ ਪ੍ਰੈਜ਼ੀਡੈਂਟ ਸੀਗਾ ਉਹਦੇ ਤੇ ਜਾ ਕੇ ਪ੍ਰੈਜ਼ੀਡੈਂਸ਼ੀਅਲ ਪੈਲਸ ਤੇ ਕਬਜ਼ਾ ਕਰ ਲਿਆ ਸੀਗਾ ਪਰ ਜਿਹੜਾ ਉਹ ਪ੍ਰੈਜ਼ੀਡੈਂਟ ਸੀਗਾ ਉਹਨੂੰ ਸਾਊਦੀ ਅਰੇਬੀਆ ਨੇ ਪ੍ਰੋਟੈਕਸ਼ਨ ਦਿੱਤੀ। ਉਹ ਜ਼ਿਆਦੇ ਜਿਹੜੇ ਜਿਨ੍ਹਾਂ ਨੇ ਤਖਤਾ ਪਲਟਾਇਆ ਸੀਗਾ ਦੇ ਵਰ ਸਪੋਰਟਡ ਬਾਏ ਇਰਾਨ। ਉਹ ਵਾਰ ਜਿਹੜੀ ਸੀ ਈਵਨ USA ਵੀ ਇਨਡਾਇਰੈਕਟਲੀ ਸਾਊਦੀ ਅਰੇਬੀਆ ਦੀ ਮਦਦ ਕਰ ਰਿਹਾ ਸੀ ਈਵਨ ਇਜ਼ਰਾਈਲ ਵੀ ਕਰ ਰਿਹਾ ਸੀ। ਉਹਦੇ ਰਾਹੀਂ ਉਹ ਬੜਾ ਡੈਡਲੀ ਕਨਫਲਿਕਟ ਚੱਲਿਆ ਪਿਛਲੇ 10 ਸਾਲ। ਹਜੇ ਵੀ ਉਹਦੇ ਤੇ ਪੂਰਾ ਰੈਜ਼ੋਲੂਸ਼ਨ ਹੋਇਆ ਨੀਗਾ ਪਰ ਉਹਦੇ ਵਿੱਚ ਹੰਡਰਡਸ ਐਂਡ ਥਾਊਜ਼ੈਂਡਸ ਆਫ ਲੋਕਾਂ ਦੀ ਮਤਲਬ ਕਿ ਮਾਰੇ ਗਏ ਨੇ
ਮਿਲੀਅਨਸ ਆਫ ਲੋਕ ਜਿਹੜੇ ਉਹ ਡਿਸਪਲੇਸ ਹੋਏ ਨੇ ਉਸ ਵਾਰ ਦੇ ਵਿੱਚ। ਬੜੀ ਵੱਡੇ ਲੈਵਲ ਤੇ ਹੰਗਰ ਜਿਹੜੀ ਭੁੱਖਮਾਰੀ ਵੀ ਉੱਥੇ ਪਸਰੀ ਹੈਗੀ ਆ, ਕਿਉਂਕਿ ਸਾਰਾ ਸਟੇਟ ਹੀ ਇੱਕ ਤਰ੍ਹਾਂ ਨਾਲ ਕਲੈਪਸ ਕਰ ਗਈ ਆ। ਉਹ ਜਿਵੇਂ ਸੀਰੀਆ ਕਲੈਪਸ ਕੀਤਾ, ਇਸੇ ਤਰ੍ਹਾਂ ਯੀਮਨ ਵੀ ਕਲੈਪਸ ਹੋਇਆ ਹੋਇਆ ਮੁਲਕ ਆ। ਉਹਦੇ ਰਾਹੀਂ ਹੁਣ ਪਿਛਲੇ ਕੁਛ ਮਤਲਬ ਕਿ 1 ਮਹੀਨੇ ਦੇ ਤਕਰੀਬਨ ਈਰਾਨ ਤੇ ਸਾਊਦੀ ਅਰੇਬੀਆ ਦੀਆਂ ਆਪਸ ਵਿੱਚ ਡਾਇਰੈਕਟ ਟਾਕਸ ਹੋਈਆਂ ਨੇ ਤੇ ਇਹਨਾਂ ਨੇ ਆਪਣੇ ਡਿਪਲੋਮੈਟਿਕ ਅੰਬੈਸੀਜ਼ ਵੀ ਹੁਣ ਐਸਟੈਬਲਿਸ਼ ਕੀਤੀਆਂ ਨੇ, ਜਿਹਦੇ ਰਾਹੀਂ ਹੁਣ ਲਾਸਟ ਵੀਕ ਸਵਿਟਜ਼ਰਲੈਂਡ ਦੇ ਵਿੱਚ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਦੀ ਸੁਪਰਵਿਜ਼ਨ ਦੇ ਨਾਲ ਜਾਂ ਉਹਨਾਂ ਦੇ ਸਹਿਯੋਗ ਦੇ ਨਾਲ, ਇਸੇ ਤਰ੍ਹਾਂ ਯੂਨਾਈਟਿਡ ਨੇਸ਼ਨਸ ਦੇ ਸਹਿਯੋਗ ਨਾਲ ਉੱਥੇ ਪੀਸ ਟਾਕਸ ਹੋਈਆਂ ਸੀਗੀਆਂ ਸਵਿਟਜ਼ਰਲੈਂਡ ਦੇ ਵਿੱਚ, ਜਿਹਦੇ ਰਾਹੀਂ ਹੁਣ ਕੱਲ ਜਿਹੜੇ ਹੈਗੇ 900 ਜਿਹੜੇ ਪ੍ਰਿਜ਼ਨਰਸ ਆਫ ਵਾਰ ਸੀਗੇ ਉਹਨਾਂ ਦੀ ਦੋਨੋਂ ਫੈਕਸ਼ਨਸ ਦੇ ਵਿੱਚ ਸੰਧੀ ਹੋਈ ਆ ਤੇ ਉਹ ਸਵੈਪ ਹੋਈ ਆ ਪ੍ਰਿਜ਼ਨਰਸ ਦੀ। 900 ਬੰਦਾ ਕੱਲ ਛੱਡਿਆ ਗਿਆ ਹੈਗਾ, ਜਿਹੜਾ ਕਿ ਅੰਡਰ ਦੀ ਸੁਪਰਵਿਜ਼ਨ ਹੈਗੀ ਆ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ। ਇੱਥੋਂ ਇਹ ਵੀ ਆਸ ਹੁਣ ਸਾਹਮਣੇ ਆ ਰਹੀ ਆ ਕਿ ਜਿਹੜਾ ਇਹ ਕਨਫਲਿਕਟ ਹੈਗਾ, ਇਟ ਵਾਸ ਬੇਸਿਕਲੀ ਇਹ ਪ੍ਰੋਕਸੀ ਵਾਰ ਸੀਗੀ ਬਿਟਵੀਨ ਸਾਊਦੀ ਅਰੇਬੀਆ ਐਂਡ ਇਰਾਨ, ਤੇ ਹੁਣ ਇਰਾਨ ਤੇ ਸਾਊਦੀ ਅਰੇਬੀਆ ਦੇ ਰਿਲੇਸ਼ਨਸ ਚੰਗੇ ਹੋਣ ਦੇ ਰਾਹੀਂ ਇਹ ਕਨਫਲਿਕਟ ਨੂੰ ਵੀ ਮਤਲਬ ਕਿ ਪੀਸਫੁਲੀ ਇਹਦਾ ਰੈਜ਼ੋਲੂਸ਼ਨ ਲੱਭ ਲਿਆ ਜਾਊਗਾ, ਜਿਹੜਾ ਕਿ ਇੱਕ ਮਿਡਲ ਈਸਟ ਲਈ ਵੀ ਚੰਗੀ ਗੱਲ ਆ, ਈਵਨ ਸਮੁੱਚੇ ਅਰਬ ਵਰਲਡ ਲਈ ਵੀ ਚੰਗੀ ਗੱਲ ਆ। ਹੁਣ ਜਿਹੜੀ ਇਸੇ ਹੀ ਜਿਹੜਾ ਨੈਰੇਟਿਵ ਚੱਲ ਰਿਹਾ, ਇਹਦੇ ਰਾਹੀਂ ਇਹ ਸਾਊਦੀ ਅਰੇਬੀਆ ਦੇ ਰਾਹੀਂ, ਇਰਾਨ ਦੇ ਰਾਹੀਂ ਜਿਹੜਾ ਸੀਰੀਆ ਜਿਹਦੀ ਵੀ ਸਪੋਰਟ ਜੋ ਸੀਗੇ ਉਹ ਇਰਾਨ ਤੇ ਰਸ਼ੀਆ ਕਰ ਰਹੇ ਸੀ, ਉਹਨਾਂ ਨੂੰ ਵੀ ਹੁਣ ਇੱਕ ਟਾਕਸ ਦੇ ਰਾਹੀਂ ਆਪਣਾ ਜਿਹੜਾ ਅਰਬ ਵਰਲਡ ਦਾ ਇਹਨਾਂ ਦਾ ਨੈਰੇਟਿਵ ਆ ਉਹਦੇ ਵਿੱਚ ਲਿਆਂਦਾ ਜਾ ਰਿਹਾ, ਤਾਂ ਕਿ ਜਿਹੜੀ ਉਹਨਾਂ ਦੀ ਆਈਸੋਲੇਸ਼ਨ, ਟੋਟਲ ਆਈਸੋਲੇਸ਼ਨ ਸੀਰੀਆ ਦੀ ਹੋ ਗਈ ਸੀ ਜਦੋਂ ਦੀ ਇਸਲਾਮਿਕ ਸਟੇਟ ਦਾ ਵਰਤਾਰਾ ਆਇਆ, ਜਾਂ ਸੀਰੀਆ ਦੇ ਵਿੱਚ ਸੀਰੀਅਨ ਲੋਕਾਂ ਨੇ ਜਿਹੜਾ ਉੱਥੇ ਡਿਕਟੇਟਰ ਹੈਗੇ ਅਸਾਦ ਬੜੇ ਲੰਮੇ ਚਿਰ ਤੋਂ ਉੱਥੇ ਰੂਲ ਕਰ ਰਹੇ ਨੇ, ਉਹ ਜਦ ਕਿ ਉਹ ਇੱਕ ਮਾਈਨੋਰਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸ਼ੀਆ ਨੂੰ, ਪਰ ਡਿਸਪਾਈਟ ਕਿ ਉੱਥੇ ਸੁੰਨੀ ਜਿਹੜੀ ਮੈਜੋਰਟੀ ਆ ਉਹਦੇ ਤੇ ਉਹ ਲੰਮੇ ਚਿਰ ਤੋਂ ਇੱਕ ਤਾਨਾਸ਼ਾਹ ਡਿਕਟੇਟਰ ਵਜੋਂ ਵਿਚਰ ਰਹੇ ਸੀਗੇ, ਜਿਹਦੇ ਖਿਲਾਫ ਅੱਜ ਤੋਂ 7-8 ਸਾਲ ਪਹਿਲੇ ਸੀਰੀਅਨ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਸੀ। ਉਹਦੇ ਰਾਹੀਂ ਬਹੁਤ ਵੱਡੇ ਲੈਵਲ ਤੇ ਉੱਥੇ ਸਟੇਟ ਰਿਪਰੈਸ਼ਨ ਹੋਇਆ, ਫੁੱਲ ਫਲੈਜ ਇੰਟਰਨਲ ਵਾਰ ਹੋਈ ਹੈਗੀ। ਉਹਦੇ ਵਿੱਚ ਇਸਲਾਮਿਕ ਸਟੇਟ ਨੇ ਵੀ ਐਂਟਰ ਕੀਤੀ, ਜਿਹੜਾ ਕਿ ਇੱਕ ਬਹੁਤ ਫੰਡਾਮੈਂਟਲਿਸਟ ਤੇ ਬੜਾ ਹੀ ਜਿਹੜਾ ਸੀਗਾ ਵਰਤਾਰਾ ਕਿ ਜਿਹੜਾ ਅਗੇਂਸਟ ਦਾ ਹਿਊਮੈਨਿਟੀ ਸੀਗਾ। ਉਹ ਭਾਵੇਂ ਅੱਜ ਵੀ ਕੁਝ ਮੁਲਕਾਂ 'ਚ ਅਫਰੀਕਾ 'ਚ ਅੱਜ ਵੀ ਮੌਜੂਦ ਆ, ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਵੀ ਉਹ ਤਾਲਿਬਾਨ ਦੇ ਵੀ ਉਦੋਂ ਵੀ ਐਕਸਟ੍ਰੀਮ ਸੋਚ ਵਾਲੇ ਬੰਦੇ ਆ, ਜਿਹੜੇ ਕਿ ਹੁਣ ਅਫਗਾਨਿਸਤਾਨ ਦੇ ਵਿੱਚ ਵੀ ਇੱਕ ਵੱਡੀ ਥ੍ਰੈਟ ਆ ਤਾਲਿਬਾਨ ਗਵਰਨਮੈਂਟ। ਅਖੀਰ ਦੇ ਵਿੱਚ ਅੰਬੇਦਕਰ ਜਯੰਤੀ, ਦੇਸ਼ ਦੇ ਕਨਸਟੀਟਿਊਸ਼ਨ ਦੇ ਵਿੱਚ ਆਤਮਾ ਭਰਨ ਵਾਲੇ, ਉਸ ਆਤਮਾ ਨੂੰ ਆਰਕੀਟੈਕਟ ਕਰਨ ਵਾਲੇ ਭੀਮ ਰਾਓ ਅੰਬੇਦਕਰ ਜੀ, ਉਹਨਾਂ ਦੀ ਜਯੰਤੀ ਨਿਕਲ ਕੇ ਗਈ ਹੈ। ਦੇਸ਼ ਦੇ ਮਾਹੌਲ ਨੂੰ ਵੇਖਦੇ ਹੋਏ ਅੱਜ ਜੋ ਦੇਸ਼ ਦਾ ਮਾਹੌਲ ਹੈ ਔਰ ਭੀਮ ਰਾਓ ਅੰਬੇਦਕਰ ਜੀ ਦੀ ਇੰਪੋਰਟੈਂਸ, ਸਿਗਨੀਫੀਕੈਂਸ, ਕੀ ਕਹਿਣਾ ਚਾਹੋਗੇ? ਅੱਜ ਪਹਿਲੇ ਤਾਂ ਮੈਂ ਜਿਹੜੇ ਡਾਕਟਰ BR ਅੰਬੇਦਕਰ, ਉਹਨਾਂ ਦੀ ਆਪਾਂ 132 ਸਾਲ ਦੀ ਵਰ੍ਹੇਗੰਢ ਮਨਾ ਰਹੇ ਹੈਗੇ ਇਸ ਵਾਰੀ। ਉਹਨੂੰ ਕੱਲ ਇੰਡੀਅਨ ਪਾਰਲੀਮੈਂਟ ਵਿੱਚ ਵੀ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਤੇ ਹੋਰ ਸਾਰੇ ਲੀਡਰਸ ਨੇ ਰਲ ਕੇ ਮਨਾਇਆ ਹੈਗਾ, ਕਿਉਂਕਿ ਡਾਕਟਰ BR ਅੰਬੇਦਕਰ ਦਾ ਇੰਡੀਅਨ ਸਮਾਜ ਦੇ ਵਿੱਚ ਇੱਕ ਬਹੁਤ ਅਹਿਮ ਯੋਗਦਾਨ ਰਿਹਾ ਹੈਗਾ। ਤੇ ਉਹ ਮੁੱਢ ਤੋਂ ਹੀ ਜੋ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਦਾ ਇੱਥੇ ਜਾਤੀਵਾਦ, ਛੂਤ-ਛਾਤ ਤੇ ਹੋਰ ਜਿਹੜੇ ਧਾਰਮਿਕ ਵਖਰੇਵੇਂ ਨੇ, ਜਿਵੇਂ ਹਿੰਦੂਵਾਦ ਦਾ ਜਿਹੜਾ ਕਲਚਰ ਆ, ਉਹਦੇ ਕਰਕੇ ਹੀ ਇਹਨਾਂ ਬਾਰੇ ਉਹਨਾਂ ਨੇ ਈਵਨ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਲੀਡਰਸ਼ਿਪ ਸੀ, ਚਾਹੇ ਮਹਾਤਮਾ ਗਾਂਧੀ ਸੀ, ਚਾਹੇ ਜਵਾਹਰ ਲਾਲ ਨਹਿਰੂ ਸੀ, ਉਹਨਾਂ ਨੂੰ ਉਹ ਲਗਾਤਾਰ ਚੈਲੰਜ ਕਰਦੇ ਰਹੇ ਕਿ ਤੁਸੀਂ ਜਿਸ ਤਰ੍ਹਾਂ ਦੀ ਸੋਚ ਦੇ ਧਾਰਨੀ ਹੋ, ਤੁਸੀਂ ਇੱਕ ਜਿਹੜਾ ਜਾਤੀਵਾਦ ਦਾ ਤੇ ਛੂਤ-ਛਾਤ ਦਾ ਜਿਹੜਾ ਕਲਚਰ ਆ, ਉਹਨੂੰ ਤੁਸੀਂ ਧਾਰਮਿਕ ਪ੍ਰਵਾਨਗੀ ਦੇ ਰਹੇ ਆ, ਤੇ ਆਪਣੀ ਜਿਹੜੀ ਤੁਹਾਡੀ ਰਾਜਨੀਤੀ ਆ ਉਹ ਵੀ ਇਸ ਮੁੱਦਿਆਂ ਤੇ ਖਾਮੋਸ਼ ਰਹਿ ਕੇ ਇੱਕ ਤਰ੍ਹਾਂ ਦੇ ਨਾਲ ਸਾਇਲੈਂਟਲੀ ਇਸ ਜਿਹੜਾ ਲੈਵਲ ਤੇ ਜੋ ਇੰਡੀਆ ਵਿੱਚ ਅਤਿਆਚਾਰ ਹੋ ਰਿਹਾ ਪਛੜੀਆਂ ਸ਼੍ਰੇਣੀਆਂ ਦੇ ਨਾਲ, ਉਹਨੂੰ ਇੱਕ ਤੁਸੀਂ ਧਾਰਮਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਮਾਨਤਾ ਦੇ ਰਹੇ, ਜਿਹਦੇ ਬਾਰੇ ਉਹਨਾਂ ਨੇ ਲਗਾਤਾਰ ਆਵਾਜ਼ ਉਠਾਈ ਸੀਗੀ।
ਤੇ ਉਹਨਾਂ ਦਾ ਇੱਕ ਅਹਿਮ ਰੋਲ ਸੀਗਾ ਜਿਹੜਾ ਇੰਡੀਆ ਦਾ ਸੰਵਿਧਾਨ ਬੁਣਿਆ ਗਿਆ। ਤੇ ਹੋਰ ਉਹਨਾਂ ਨੇ ਆਪਣੇ ਪਿਛਲੇ ਸਾਲਾਂ 'ਚ ਆਪਣੇ ਲੱਖਾਂ ਫਾਲੋਅਰਸ ਲੈ ਕੇ ਉਹਨਾਂ ਨੇ ਹਿੰਦੂ ਮਤਲਬ ਕਿ ਧਰਮ ਨੂੰ ਛੱਡ ਕੇ ਬੁੱਧ ਧਰਮ ਅਪਣਾ ਲਿਆ ਸੀਗਾ। ਇਹ ਵੀ ਕਿਹਾ ਜਾਂਦਾ ਹੈਗਾ ਕਿ ਉਹਨਾਂ ਨੇ ਪਹਿਲੇ ਸਿੱਖ ਲੀਡਰਸ ਨੂੰ ਵੀ ਅਪਰੋਚ ਕੀਤਾ ਸੀਗਾ ਕਿ ਉਹ ਸਿੱਖੀਜ਼ਮ ਨੂੰ ਅਪਣਾਉਣਾ ਚਾਹੁੰਦੇ ਸੀ, ਪਰ ਡਿਊ ਟੂ ਸਰਟਨ ਸਾਡੇ ਲੈਵਲ ਆਫ ਉਸ ਤਰ੍ਹਾਂ ਦਾ ਅੰਡਰਸਟੈਂਡਿੰਗ ਨਹੀਂ ਸੀ ਸਿੱਖ ਕੌਮ ਦੇ ਜਿਹੜੇ ਲੀਡਰ ਸੀ ਉਸ ਟਾਈਮ ਦੇ, ਜਿਹਦੇ ਕਰਕੇ ਅਸੀਂ ਉਹਨਾਂ ਨੂੰ ਆਪਣੇ ਫੋਲਡ ਵਿੱਚ ਲੈ ਕੇ ਨਹੀਂ ਆ ਸਕੇ। ਨਹੀਂ ਤਾਂ ਇੱਕ ਅੱਜ ਦਲਿਤਾਂ ਦਾ ਬਹੁਤ ਵੱਡਾ ਹਿੱਸਾ ਅੱਜ ਆਪਣੇ ਸਿੱਖ ਕੌਮ ਦੇ ਵਿੱਚ ਆਪਣਾ ਮੈਂਬਰ ਹੋਣਾ ਸੀਗਾ ਸਿੱਖ ਕੌਮ ਦਾ, ਪਰ ਡਿਊ ਟੂ ਦਾ ਸ਼ਾਰਟ ਸਾਈਟਡਨੈਸ ਆਫ ਲੀਡਰਸ਼ਿਪ ਆਪਾਂ ਇਹ ਵਰਤਾਂਤ ਨਹੀਂ ਬੁਣ ਸਕੇ। ਕਿਉਂਕਿ ਜਿਹੜੇ ਮੇਨ ਮੈਂ ਪੁਆਇੰਟਸ ਦੱਸਣਾ ਚਾਹੂੰਗਾ ਜਿਹੜੇ ਕਿ ਉਹਨਾਂ ਦੀ ਸੋਚ ਦੇ ਮਤਲਬ ਕਿ ਪ੍ਰਗਟਾਵੇ ਕਰਦੇ ਸੀ ਡਾਕਟਰ BR ਅੰਬੇਦਕਰ ਦੇ। ਅੱਜ ਵੀ ਜਿਹੜਾ ਡਾਕਟਰ BR ਅੰਬੇਦਕਰ ਦਾ ਕਲੋਜ਼ ਰਿਲੇਟਿਵ ਆਨੰਦ ਟੈਲੇ ਟੁੰਬਲੇ ਅੱਜ ਵੀ ਉਹ ਇੰਡੀਅਨ ਸਟੇਟ ਅਪਰੈਸ਼ਨ ਦਾ ਸ਼ਿਕਾਰ ਆ, ਤੇ ਹੁਣ ਤਾਂ ਉਹ ਬੇਲ ਤੇ ਆ, ਪਰ ਬਹੁਤ ਲੰਮੇ ਚਿਰ ਤੋਂ ਸਿੰਸ 2018 ਉਹ ਇੱਕ ਬੀਮਾ ਕੋਰੇਗਨ ਕੇਸ ਜਿਹੜਾ ਕਿ ਦਲਿਤਾਂ ਦੇ ਨਾਲ ਜੁੜਿਆ ਹੋਇਆ, ਉਹ ਉਸ ਕਰਕੇ ਉਹਨਾਂ ਤੇ UAPA ਦੇ ਐਕਟ ਲੱਗੇ ਹੋਏ ਨੇ, ਮਤਲਬ ਕਿ ਜਿਹੜੇ ਕਿ ਐਂਟੀ ਨੈਸ਼ਨਲ ਐਕਟਸ ਨੇ, ਜਿਹੜੇ ਕਿ ਕਿਸੇ ਵੀ ਡੈਮੋਕ੍ਰੈਟਿਕ ਕੰਟਰੀ ਦੇ ਜਿਹੜੀ ਹੈਗੀ ਆ ਉਹਦੇ ਖਿਲਾਫ ਹੈਗੇ। ਉਸ ਮਤਲਬ ਕਿ ਜਿਹੜੇ ਕਿਸੇ ਡੈਮੋਕ੍ਰੈਟਿਕ ਵਰਲਡ ਵਿੱਚ ਅਸੈਪਟ ਨਹੀਂ ਹੁੰਦੇ ਕਾਨੂੰਨ, ਪਰ ਉਹ ਇੰਡੀਆ 'ਚ ਲਾਗੂ ਨੇ। ਉਹਦੇ ਰਾਹੀਂ ਉਹ ਬਹੁਤ ਚਿਰ ਤੋਂ ਸਟੇਟ ਦਾ ਰਿਪਰੈਸ਼ਨ ਦਾ ਸਾਹਮਣਾ ਕਰ ਰਹੇ ਹੈਗੇ ਆ। ਉਹ ਡਾਕਟਰ BR ਅੰਬੇਦਕਰ ਦੇ ਬਹੁਤ ਕਲੋਜ਼ ਰਿਲੇਟਿਵ ਨੇ। ਜਿਹੜੇ ਡਾਕਟਰ ਅੰਬੇਦਕਰ ਨੇ ਜੋ ਸਵਾਲ ਉਠਾਏ ਸੀ ਨਾ, ਜਿਹਦਾ ਕਿ ਹੁਣ ਆਪਾਂ ਬਿਲਕੁਲ ਕਲੀਅਰ ਕੱਟ ਦੇਖ ਰਹੇ ਹਾਂ ਜੋ ਵਰਤਾਰਾ ਇੰਡੀਆ 'ਚ ਚੱਲ ਰਿਹਾ। ਉਹਨਾਂ ਨੇ ਕਿਹਾ ਸੀ ਕਿ ਧਰਮ ਵਿੱਚ ਭਗਤੀ ਆਤਮਾ ਦੀ, ਇਹ ਧਰਮ ਦੇ ਵਿੱਚ ਤਾਂ ਜਿਹੜੀ ਹੈ ਨਾ ਭਗਤੀ ਆਤਮਾ ਦੀ, ਉਹ ਇੱਕ ਮੁਕਤੀ ਦਾ ਮਾਰਗ ਹੋ ਸਕਦੀ ਹੈ, ਪਰ ਜਦੋਂ ਇਹ ਵਰਤਾਰਾ ਰਾਜਨੀਤੀ ਵਿੱਚ ਭਗਤੀ ਜਾਂ ਨਾਇਕ ਪੂਜਾ ਯਕੀਨਨ ਬਣਾ ਦਿੱਤੀ ਜਾਊਗੀ ਤਾਂ ਉਹ ਜਿਹੜਾ ਇਸ ਮੁਲਕ ਦੀ ਜਿਹੜਾ ਡੈਮੋਕ੍ਰੇਸੀ ਦੀ ਬਜਾਏ ਇੱਕ ਆਟੋਕ੍ਰੈਟਿਕ ਡੈਸਪੋਟਿਜ਼ਮ ਦੇ ਵਿੱਚ ਇਸ ਦੇਸ਼ ਨੂੰ ਬਦਲ ਦਿੱਤਾ ਜਾਊਗਾ। ਆਪਾਂ ਹੁਣ ਦੇਖ ਰਹੇ ਹਾਂ ਕਿ ਜਿਹੜੇ ਪੋਲੀਟੀਕਲ ਲੀਡਰਸ ਨੇ, ਚਾਹੇ ਉਹ ਅਰਵਿੰਦ ਕੇਜਰੀਵਾਲ ਆ, ਭਾਵੇਂ ਉਹ ਕਰਪਸ਼ਨ ਦੇ ਕੇਸਾਂ ਦੇ ਵਿੱਚ ਹਜੇ ਡਾਇਰੈਕਟਲੀ ਸੰਮਨ ਨਹੀਂ ਹੋਏ, ਹਜੇ ਸਿਰਫ ਉਹਨਾਂ ਨੂੰ ਵਿਟਨੈਸ ਵਜੋਂ ਬੁਲਾਇਆ ਗਿਆ, ਪਰ ਜਿਸ ਤਰ੍ਹਾਂ ਉਹਨਾਂ ਦੀ ਪਾਰਟੀ ਵੱਲੋਂ ਇੱਕ ਭਗਤੀ ਪੂਜਾ ਹੋ ਰਹੀ ਆ, ਉਹ ਇੱਕ ਤਰ੍ਹਾਂ ਦੇ ਨਾਲ ਇੱਕ ਆਟੋਕ੍ਰੈਟਿਕ ਜਿਹੜਾ ਹੈਗਾ ਕਲਚਰ ਉਹਦਾ ਉਹ ਮਤਲਬ ਕਿ ਪ੍ਰਤੀਕ ਹੈਗਾ। ਇਸੇ ਤਰ੍ਹਾਂ ਜਿਹੜੇ ਪ੍ਰਾਈਮ ਮਿਨਿਸਟਰ ਨੇ ਇੰਡੀਆ ਦੇ, ਉਹਨਾਂ ਦਾ ਵੀ ਇੱਕ ਤਰ੍ਹਾਂ ਨਾਲ ਆਈਡਲ ਵਰਸ਼ਿਪ ਹੋ ਰਹੀ ਹੈ, ਇੱਕ ਨਾਇਕ ਵਜੋਂ ਉਭਾਰਿਆ ਜਾ ਰਿਹਾ, ਇੱਕ ਰਾਜਨੀਤਿਕ ਲੀਡਰ ਨੂੰ ਇੱਕ ਭਗਤੀ ਦਾ ਪ੍ਰਤੀਕ ਮੰਨਿਆ ਜਾ ਰਿਹਾ, ਉਹਦੀ ਪੂਜਾ ਕਰਨ। ਇਸੇ ਤਰ੍ਹਾਂ ਲੰਮੇ ਚਿਰ ਤੋਂ ਕਾਂਗਰਸ ਦੇ ਵਿੱਚ ਗਾਂਧੀ ਪਰਿਵਾਰ ਦੀ ਵੀ ਇੱਕ ਨਾਇਕ ਵਜੋਂ ਇੱਕ ਆਈਡਲ ਵਰਸ਼ਿਪ ਹੁੰਦੀ ਰਹੀ ਹੈ ਤੇ ਹਜੇ ਵੀ ਹੋ ਰਹੀ ਆ, ਜਿਹਦਾ ਆਪਾਂ ਪ੍ਰਗਟਾਵਾ ਜਦੋਂ ਹੁਣ ਦੇਖਿਆ ਵੀ ਇੱਕ ਬਹੁਤ ਵੱਡਾ ਕਾਂਗਰਸ ਦਾ ਲੀਡਰ ਜਦੋਂ ਉਹ ਜੇਲ੍ਹ ਚੋਂ ਬਾਹਰ ਆਇਆ ਤਾਂ ਉਹਨੇ ਰਹਿ ਧਰ ਕੇ ਪੰਜਾਬ ਦੇ ਇਸ਼ੂ ਉਠਾਏ, ਉਹਨੇ ਆਪਣੀ ਭਗਤੀ ਦਾ ਪ੍ਰਗਟਾਵਾ ਕਰਨ ਲਈ ਇੱਕ ਆਈਡਲ ਵਰਸ਼ਿਪ ਦੀ ਤਰ੍ਹਾਂ ਉਹਨਾਂ ਨੇ ਵੀ ਗਾਂਧੀ ਪਰਿਵਾਰ ਦੇ ਹੀ ਸੋਲੇ ਗਾਏ। ਜੀ ਸਰ, ਅੱਜ ਦੀ ਗੱਲਬਾਤ ਨੂੰ ਇੱਥੇ ਸਮੇਟਦੇ ਹੋਏ ਮੈਂ ਸ਼ੁਕਰੀਆ ਕਰਦੀ ਹਾਂ ਜੀ ਤੁਹਾਡੇ ਟਾਈਮ ਦਾ। ਥੈਂਕ ਯੂ ਸੋ ਮਚ, ਤੁਸੀਂ ਇਹ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ। ਆਲਵੇਜ਼ ਅ ਪਲੇਜ਼ਰ।